ਸਤਿ ਸ਼੍ਰੀ ਅਕਾਲ ਜੀ। शुक्रिया जी जी सो प्रोग्राम की शुरुआत करते हैं पर दर्शकों को सदा देने कि तुसी रोजाना इस प्रोग्राम का हिस्सा बन सकते हो कमेंट बॉक्स के राही। कमेंट बॉक्स के विच खबरों के बाबत अपने विचार राय टिप्पणियां जरूर देंदे रहा करो ताजो कुछ निंदा कमेंट्स नूं असीं अपने प्रोग्राम का हिस्सा बना के उसते विचार चर्चा कर सकीए। शुरुआत कर लैंदे हां। शिरगिल साहब चोणां दा माहौल गरमाया होया है। नामजदगियां दी अज आखिरी डेट है। बीते दिन ज़्यादातर सारे ही उम्मीदवारों ने जो बीते दिन तक नामजदगियां करवा दित्तियां ने, जो थोड़े बहुत रह गए ने वो अज करवा देंगे। तो इस सब दे विच अज दी जो हुण वड्डी खबर सामने आई है कि हलका आदमपुर तो जो कांग्रेस के उम्मीदवार सी सुखविंदर कोटली उन्हां दी टिकट कट दित्ती गई है पार्टी दे वल्लों ते उन्हां दी जगह टिकट महिंदर सिंह केपी नूं दे दित्ती गई है। कांग्रेस की जेकर गल करिए ਤਾਂ ਇਹਨਾਂ ਤੋਂ ਇਹਨਾਂ ਦੇ ਜੋ ਆਗੂ ਜਗਮੋਹਨ ਸਿੰਘ ਕੰਗ ਉਹ ਵੀ ਪਾਰਟੀ ਛੱਡ ਗਏ, ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਚਲੇ ਗਏ। ਜੋ ਇਹਨਾਂ ਦੇ ਬਗਾਵਤੀ ਸੁਰ ਹਜੇ ਤੱਕ ਠੱਲਣ ਦਾ ਨਾਮ ਨਹੀਂ ਲੈ ਰਹੇ। ਪਾਰਟੀ ਦੀ ਇਹਨਾਂ ਚੋਣਾਂ ਨੂੰ ਲੈ ਕੇ ਕੋਈ ਪਲੈਨਿੰਗ ਨਹੀਂ ਸੀ, ਇਹ ਜੱਗ ਜ਼ਾਹਿਰ ਹੋ ਚੁੱਕਾ। ਕਿੰਜ ਵੇਖਦੇ ਹੋ? देखो गल इदां आ भी कांग्रेस ने जदों पहली सूची ऐलानी उदों तो ही बगावती सुरां शुरू हो गईयां, दूजी दे विच आके वध गईयां, तीजी च वो भांबड़ी मच गया। ਹੁਣ ਤੀਜੀ ਵਾਲੀ ਜਿਹੜੀ ਪਹਿਲੀ ਸਾਂਭੀ ਨਹੀਂ ਗਈ, ਦੂਜੀ ਸਮੇਟਦੇ ਤੀਜੀ ਜਾਰੀ ਕਰਨੀ ਪਈ ਕਿਉਂਕਿ ਸਮਾਂ ਥੋੜਾ ਰਹਿ ਗਿਆ। ਅੱਜ ਲਾਸਟ ਦਿਨ ਆ। ਉਹ ਤੀਜੀ ਵਾਲੀ ਜਿਹੜੀ ਭਾਂਬੜਿਆ ਉਹ ਸੇਕ ਇੰਨਾ ਕੁ ਲੱਗਾ ਕਿ ਉਹ ਹਾਲੇ ਵੀ ਕਦੇ ਚੰਨੀ ਸਾਹਿਬ ਕਿਸੇ ਬਾਗੀ ਦੇ ਘਰ ਜਾ ਰਹੇ ਆ, ਕਦੇ ਕਿਸੇ ਹੋਰ ਦੀ ਟਿਕਟ ਕਰਕੇ ਬਾਗੀ ਨੂੰ ਟਿਕਟ ਦੇ ਰਹੇ ਆ। ਪਰ ਇੱਕ ਗੱਲ ਸਮਝ ਨਹੀਂ ਲੱਗੀ ਵੀ ਇਹਨਾਂ ਦਾ ਇੱਕ ਫਾਰਮੂਲਾ ਬਣਾਇਆ ਸੀਗਾ ਵੀ ਪਰਿਵਾਰਕ ਮੈਂਬਰਾਂ ਨੂੰ ਟਿਕਟਾਂ ਨਹੀਂ ਦੇਣੀਆਂ, ਤੇ ਇਹ ਪਰਿਵਾਰਕ ਮੈਂਬਰਾਂ ਨੂੰ ਟਿਕਟਾਂ ਨਹੀਂ ਦੇਣ ਵਾਲਾ ਫਾਰਮੂਲਾ ਸਾਰਿਆਂ ਤੇ ਲਾਗੂ ਨਹੀਂ ਸੀ। ਕਿਉਂ ਰਜਿੰਦਰ ਕੌਰ ਭੱਠਲ ਨੂੰ ਤੇ ਉਹਦੇ ਜਵਾਈ ਨੂੰ ਦੇ ਦਿੱਤੀ, ਬਿਲਕੁਲ ਕਿਉਂ ਨਵਜੋਤ ਸਿੰਘ ਸਿੱਧੂ ਨੂੰ ਤੇ ਉਹਦੇ ਭਤੀਜੇ ਨੂੰ ਦੇ ਦਿੱਤੀ, ਹਨਾ। ਫਿਰ ਕਰਨ ਕੌਰ ਬਰਾੜ, ਹਰਚਰਨ ਸਿੰਘ ਬਰਾੜ ਦੀ ਨੂੰਹ ਆ, ਫਿਰ ਸੁਨੀਲ ਜਾਖੜ ਦੇ ਭਤੀਜੇ ਨੂੰ ਕਿਉਂ ਦੇ ਦਿੱਤੀ। ਫਿਰ ਉਸ ਤੋਂ ਬਾਅਦ ਆ ਜਾਂਦਾ ਬ੍ਰਹਮਿੰਦਰਾ, ਉਹਦੇ ਮੁੰਡੇ ਨੂੰ ਕਿਉਂ ਦਿੱਤੀ। ਫਿਰ MP ਅਮਰ ਸਿੰਘ ਆ, ਉਹਦੇ ਮੁੰਡੇ ਨੂੰ ਦੇ ਦਿੱਤੀ। ਇਹਨਾਂ ਲਈ ਉਹ ਫਾਰਮੂਲਾ ਨਹੀਂ ਆਉਂਦਾ ਰਿਸ਼ਤੇਦਾਰੀਆਂ ਵਾਲਾ ਜਿਹੜਾ ਹੋਰਾਂ ਲਈ ਤੁਸੀਂ ਕਹਿੰਦੇ ਵੀ ਡਿੰਪੇ ਨੂੰ ਆਪਣੇ ਭਰਾ ਲਈ ਮੰਗ ਰਿਹਾ ਸੀਗਾ, ਨਹੀਂ ਦਿੱਤੀ। ਅੰਗਦ ਸੈਣੀ ਦੀ ਘਰ ਵਾਲੀ ਕਿਉਂਕਿ BJP ਚੱਲ ਗਈ ਸੀਗੀ ਇਸ ਕਰਕੇ ਨਹੀਂ ਦਿੱਤੀ। ਕਾਂਗਰਸ ਵਿੱਚ ਪਤਾ ਨਹੀਂ ਕਿੰਨੇ ਕੁ ਇਹੋ ਜਿਹੇ ਬੰਦੇ ਆ ਜਿਹੜੇ ਇੱਕ ਘਰ ਦਾ ਇੱਕ ਮੈਂਬਰ ਕਿਸੇ ਹੋਰ ਪਾਰਟੀ 'ਚ, ਦੂਜਾ ਮੈਂਬਰ ਕਿਸੇ ਹੋਰ ਪਾਰਟੀ 'ਚ, ਉਹ ਅਗਲੇ ਵੀ ਤਾਂ ਸੱਤਾ ਦਾ ਸੁੱਖ ਚਾਹੁੰਦੇ ਆ। ਜੇ ਇੱਕ ਜਣੇ ਦੀ ਪਾਰਟੀ ਜਿੱਤ ਜਾਊਗੀ, ਸਰਕਾਰ 'ਚ ਆ ਜਾਊਗੀ, ਫਿਰ ਵੀ ਸਰਕਾਰ 'ਚ ਹੱਥ 'ਚ ਪੂਰਾ ਰਹੂ ਨਾ। ਤੇ ਜੇ ਦੂਜੇ ਪਰਿਵਾਰ ਵਾਲੇ ਕਿਉਂ ਨਹੀਂ ਚਾਹੁੰਦੇ ਹੋਣਗੇ ਜਿੱਦਾਂ ਉਹ ਚਾਹੁੰਦੇ ਆ। ਤੇ ਇਹਨਾਂ ਨੂੰ ਅੰਗਦ ਸੈਣੀ ਵਾਲੀ ਵਾਈਫ ਦਾ BJP ਜਾਣ ਕਰਕੇ ਉਹਦੀ ਵਿਚਾਰੇ ਦੀ ਟਿਕਟ ਉਦੋਂ ਹੀ ਕੱਟੀ ਸਮਝੀ ਜਾਣ ਲੱਗ ਪਈ ਸੀ ਤੇ ਹੁਣ ਐਤਕੀ ਟਿਕਟ ਨਹੀਂ ਮਿਲਦੀ। ਰਾਣਾ ਵਿਚਾਰਾ ਪਿੱਟਦਾ ਰਹਿ ਗਿਆ ਵੀ ਮੇਰੇ ਮੁੰਡੇ ਨੂੰ ਟਿਕਟ ਬਣਦੀ ਆ, ਉੱਥੇ ਕੰਮ ਕਰਦਾ ਰਿਹਾ, ਉਹਨੂੰ ਨਹੀਂ ਦਿੱਤੀ ਗਈ। ਭਾਈ ਭਤੀਜਾ ਆਵਾਜ਼ ਇਹਨਾਂ ਦੇ ਕਾਂਗਰਸ ਦੇ ਵਿੱਚ ਜਿੰਨੀ ਬਗਾਵਤ ਇਸ ਗੱਲ ਨੂੰ ਲੈ ਕੇ ਜਾਂ ਟਿਕਟਾਂ ਦੀ ਵੰਡ ਨੂੰ ਲੈ ਕੇ ਇਸ ਵਾਰ ਦੇਖਣ ਨੂੰ ਮਿਲੀ ਆ, ਮੈਨੂੰ ਨਹੀਂ ਲੱਗਦਾ ਵੀ ਪਹਿਲਾਂ ਕਦੇ ਇਹੋ ਜਿਹੀ ਬਗਾਵਤ ਕਾਂਗਰਸ ਪਾਰਟੀ 'ਚ ਰਹੀ ਹੋਵੇ। ਪਰ ਗੱਲ ਉੱਥੇ ਇਹ ਆ ਜਾਂਦੀ, ਹਾਈ ਕਮਾਂਡ ਉਹਨਾਂ ਨੂੰ ਪਤਾ ਨਹੀਂ ਕੀ ਇਹੋ ਜਿਹੀ ਕੋਈ ਗਿੱਦੜ ਸਿੰਘੀ ਸੁੰਘਾਈ ਹੋਈ ਆ ਵੀ ਉਹ ਇੱਕ ਅੱਖਾਂ ਮੀਟ ਕੇ ਇੱਕ ਜਾਂ ਦੋ ਬੰਦਿਆਂ ਦੇ ਮਗਰ ਐਸੇ ਲੱਗੇ ਹੋ ਆ, ਉਹ ਕਹਿੰਦੇ ਵੀ ਇਹਨਾਂ ਨੇ ਤਾਂ ਕੀ ਡੁੱਬਣੀ ਬੇੜੀ ਕਾਂਗਰਸ ਦੀ ਆ, ਆਪੇ ਡੁੱਬ ਲੈਣੀ ਆ। ਉਹ ਡੁੱਬਣ ਵਾਲੇ ਕਿਨਾਰੇ ਤੇ ਜਾ ਰਹੀ ਆ। ਮੈਂ ਅੱਗੇ ਵੀ ਕਈ ਵਾਰੀ ਕਹਿੰਦਾ ਹੁੰਦਾ ਵੀ ਜਦੋਂ ਇਹਨਾਂ ਨੇ ਸਤੰਬਰ 'ਚ ਕੈਪਟਨ ਨੂੰ ਲਾਇਆ ਸੀਗਾ, ਇੱਕ ਦੋ ਬੰਦਿਆਂ ਦੇ ਮਗਰ ਪੈ ਕੇ ਜਾਂ ਉਹਨਾਂ ਨੇ ਮਗਰ ਲੱਗ ਕੇ ਵੀ ਜੋ ਕਰਦਾ ਸਹੀ ਆ, ਉਦੋਂ ਇਹਨਾਂ ਨੇ ਖੁਆੜੀ ਆਪਣੇ ਪੈਰ ਤੇ ਮਾਰ ਲਈ ਸੀ। ਹੁਣ ਜਿਹੜਾ ਦ੍ਰਿਸ਼ ਦੇਖਣ ਨੂੰ ਮਿਲਦਾ ਉਸ ਦ੍ਰਿਸ਼ ਨਾਲ ਜੇ ਕੰਪੇਅਰ ਕਰਦੇ ਆ ਤਾਂ ਖੁਆੜੀ ਨਹੀਂ ਮਾਰੀ, ਪੈਰ ਹੀ ਖੁਆੜੀ ਤੇ ਰੱਖ ਲਿਆ। ਉਹ ਕਹਿੰਦੇ ਵੱਢ ਹੋ ਲੈਂਦੇ ਜਿੰਨਾ ਵੱਢ ਹੁੰਦਾ। ਸਰਕਾਰ ਜਿਹੜੀ ਇਹਨਾਂ ਦੀ ਸੌਖੀ ਬਣਦੀ ਸੀ 2022 ਚ, ਉਹ ਹੁਣ ਇੰਨੀ ਕੁ ਔਖੀ ਹੋ ਗਈ ਵੀ ਇਹਨਾਂ ਦਾ ਜਿਹੜਾ CM ਵੀ ਵਿਚਾਰਾ ਇੱਕ ਹਲਕੇ ਤੋਂ ਹਾਰਦਾ ਸੀਗਾ, ਉਹਨਾਂ ਨੂੰ ਵੀ ਇਹਨਾਂ ਨੂੰ ਦੂਜੀ ਸੌਖੀ ਸੀਟ ਲੱਭਣੀ ਪਈ। ਉਹ ਸੌਖੀ ਸੀਟ ਐਸੀ ਲੱਭੀ, ਉੱਥੇ ਹੋਰ ਔਖੇ ਕਰਤੇ ਬੰਦਿਆਂ ਨੇ। ਵਿਧਾਨ ਸਭਾ ਦਾ ਡਿਪਟੀ ਸਪੀਕਰ ਅਜੈਬ ਸਿੰਘ ਭੱਟੀ ਦੀ ਟਿਕਟ ਕੱਟੀ, ਉਹਦੀ ਘਰ ਵਾਲੀ ਕਹਿੰਦੀ ਭਦੌੜ ਤੋਂ ਲੜੂ ਚੋਣ, ਹੁਣ ਉਹਦਾ ਕੰਮ ਵਿਗਾੜੂ। ਉੱਥੇ ਟੀਚਰ ਉੱਥੇ ਪਹੁੰਚ ਗਏ, ਮੁਲਾਜ਼ਮ ਉੱਥੇ ਪਹੁੰਚ ਗਏ, ਸਿਹਤ ਮਹਿਕਮੇ ਵਾਲੇ ਉੱਥੇ ਪਹੁੰਚ ਗਏ, ਕਿਸਾਨ ਉੱਥੇ ਪਹੁੰਚ ਗਏ। ਤੇ ਭਾਈ ਸਾਹਿਬ ਜੇ ਹੁਣ ਚਮਕੌਰ ਸਾਹਿਬ ਨਹੀਂ ਸਿਕਿਉਰ ਲੱਭਦੀ ਸੀ ਇਹਨਾਂ ਨੂੰ, ਤੇ ਭਦੌੜ ਕਿੰਨੀ ਕੁ ਸਿਕਿਉਰ ਆ। ਤੇ ਚੰਨੀ ਸਾਹਿਬ ਮੋਰੇ ਕਹਿੰਦੇ ਮੈਂ ਮਾਲਵੇ ਦਾ ਮਿਸ਼ਨ ਲੈ ਕੇ ਚੱਲਿਆ। ਮਾਲਵੇ ਦਾ ਮਿਸ਼ਨ ਕਿਉਂ? ਦੁਆਬਾ ਮਾਝਾ ਨਹੀਂ ਪੰਜਾਬ ਚ ਆਉਂਦਾ, ਤੇ ਦੁਆਬੇ ਦਾ ਮਿਸ਼ਨ ਲੈ ਲੈਂਦੇ। ਮੁੱਖ ਮੰਤਰੀ ਸਾਹਿਬ ਨੇ ਸਾਰੀ ਗੱਲ ਕਰਨ ਮਾਝੇ ਦਾ ਮਿਸ਼ਨ ਲੈ ਲੈਂਦੇ, ਕੱਲਾ ਮਾਲਵੇ ਦਾ ਮਿਸ਼ਨ ਕਿਉਂ ਆ? ਮਤਲਬ ਕਹਿਣ ਦਾ ਵੀ ਜੇ ਉੱਥੇ ਕੋਈ ਸੀਗਾ ਵੀ ਮਾਲਵੇ ਤੋਂ ਜਿਹੜਾ ਜਿੱਤ ਕੇ ਆਉਂਦਾ ਉਹੀ CM ਬਣਦਾ, ਤੇ ਮਾਲਵੇ ਤੋਂ ਤਾਂ ਆਪ ਵਾਲਿਆਂ ਨੂੰ ਸੀਟਾਂ ਫਿਰ ਬਹੁਤ ਸੀ ਪਿਛਲੀ ਵਾਰ, ਸਾਰੀਆਂ 20 ਦੀ 20 ਉੱਥੋਂ ਲੈ ਗਏ ਸੀਗੇ, ਤੇ ਉਹਨਾਂ ਦੇ ਵਿਚਾਰੇ ਬਣੀਆਂ ਨਹੀਂ। ਸੋ ਇਹਨਾਂ ਦਾ ਮਤਲਬ ਇਹ ਆ ਵੀ ਹੁਣ ਬਗਾਵਤ ਨੂੰ ਕਿਸੇ ਤਰ੍ਹਾਂ ਠੱਲਣਾ, ਉਸੇ ਠੱਲਣ ਦੇ ਵੱਲੋਂ ਕੋਈ ਕਦਮ ਐਸਾ ਚੁੱਕ ਲੈਂਦੇ ਆ ਵੀ ਉਹਨਾਂ ਨੂੰ ਲੱਗਦਾ ਲੈ ਵੀ ਬਗਾਵਤ ਠੱਲੀ ਗਈ ਆ। ਪਰ ਜਿਹਦੀ ਟਿਕਟ ਕੱਟੀ ਗਈ ਉਹਦਾ ਕੀ ਬਣੂ? ਸੁਖਵਿੰਦਰ ਕੋਟਲੀ
ਬੜੇ ਦਮਗੱਜੇ ਨਾਲ ਇਹਨਾਂ ਨੇ ਜਲੰਧਰ ਇੱਥੇ ਸਮਾਗਮ ਕੀਤਾ ਸੀ। ਚੰਨੀ ਵੀ ਸੀ, ਸਿੱਧੂ ਹੋਣੀ ਵੀ ਸੀ, ਜਾਖੜ ਸਾਰੇ ਸੀਗੇ। ਸੌਰੀ, ਜਾਖੜ ਤਾਂ ਸ਼ਾਇਦ ਨਹੀਂ ਆਇਆ ਸੀ, ਪਰ ਬਾਕੀ ਸਾਰੀ ਲੀਡਰਸ਼ਿਪ ਜਿਹੜੀ ਸੀਨੀਅਰ ਸੀਗੀ ਉਹਨਾਂ ਨੇ ਉਹਨੂੰ ਸ਼ਾਮਲ ਕਰਵਾਇਆ ਬਸਪਾ ਤੋਂ ਲਿਆ ਕੇ ਸੁਖਵਿੰਦਰ ਕੋਟਲੀ ਨੂੰ। ਉਹਨੂੰ ਉਦੋਂ ਵਾਅਦਾ ਕੀਤਾ ਤੈਨੂੰ ਟਿਕਟ ਦੇਵਾਂਗੇ, ਟਿਕਟ ਦੇਤੀ। ਅਗਲੇ ਨੂੰ ਪ੍ਰਚਾਰ ਕਰਦੇ ਨੂੰ ਮੇਰੇ ਖਿਆਲ ਮਹੀਨਾ ਹੋ ਗਿਆ, ਪਹਿਲੀ ਕਿ ਦੂਜੀ ਸੂਚੀ 'ਚ ਆ ਗਈ ਸੀ ਉਹਦੀ ਲਿਸਟ। ਤੇ ਉਸ ਤੋਂ ਉਦੋਂ ਤੋਂ ਹੀ ਮਹਿੰਦਰ ਸਿੰਘ ਕੇਪੀ ਰੌਲਾ ਪਾਉਣ ਡਿਆ, ਤਨ ਮਨ ਤੇ ਧਨ ਲੱਗ ਚੁੱਕਾ ਉਹਨਾਂ ਸਾਰਾ ਕੁਝ ਲਾਤਾ ਹੋਣਾ ਵਿਚਾਰੇ ਨੇ। ਉਹ ਹੁਣ ਮਹੀਨੇ ਦੇ ਵਿੱਚ ਉਹ ਕਹਿੰਦਾ ਨਾ ਲੈ ਵੀ ਮੈਂ ਤਾਂ ਬਣਿਆ ਪਿਆ। ਹੁਣ ਇਹਨਾਂ ਨੇ ਐਨ ਆਖਰੀ ਮੌਕੇ ਆ ਕੇ ਲਾਸਟ ਦਿਨ ਨਾਮਜ਼ਦਗੀਆਂ ਦਾ, ਵੋਟਾਂ ਨੂੰ ਰਹਿ ਗਏ 19 ਦਿਨ ਤੇ 18 ਦਿਨ। ਉਹ 18 ਦਿਨ ਦੇ ਵਿੱਚ ਜਿਹੜਾ ਉਹ 18 ਦਿਨ 'ਚ ਕੰਮ ਕਰ ਗਿਆ, ਇਹਨਾਂ 18 ਦਿਨਾਂ 'ਚ ਉਹ ਨੁਕਸਾਨ ਪਹੁੰਚਾਊ। ਬਿਲਕੁਲ, ਜਿਹੜਾ 18 ਦਿਨਾਂ 'ਚ ਜਿੰਨੀ ਉਹਨੇ ਆਪਣੀ ਪਕੜ ਬਣਾ ਲਈ ਸੀ ਨਾ, ਉਹਨੂੰ ਹੁਣ ਕੀ ਹੋਊਗਾ ਵੀ ਜਿੰਨਾ ਤਾਂ ਉਹ ਲੋਕਾਂ ਨੂੰ ਜਾ ਕੇ ਕਹਿੰਦਾ ਰਿਹਾ ਪਹਿਲਾਂ ਵੀ ਕਾਂਗਰਸ ਇਦਾਂ, ਚੰਨੀ ਸਾਹਿਬ ਨੇ ਇੰਨੇ ਕੰਮ ਕੀਤੇ, 111 ਦਿਨਾਂ 'ਚ ਆਹ ਕੰਮ ਕਰਤਾ, ਉਹ ਕਰਤਾ, ਜਿੰਨਾ ਉਹ ਪ੍ਰਚਾਰ ਕਰਦਾ ਰਹੂ ਹੁਣ ਉਹ 18 ਦਿਨਾਂ 'ਚ ਐਂਟੀ ਪ੍ਰਚਾਰ ਕਰੂ। ਪਤਾ ਨਹੀਂ ਉਹਨੂੰ ਕਿੱਦਾਂ ਮਨਾਉਂਦੇ, ਮੈਂ ਨਹੀਂ ਇਹ ਕਹਿ ਸਕਦਾ ਵੀ ਉਹ ਪ੍ਰਚਾਰ ਕਰਦਾ ਵੀ ਕਿ ਨਹੀਂ ਕਰਦਾ, ਮਨਾਉਣ 'ਚ ਸਫਲ ਹੁੰਦੇ ਕਿ ਨਹੀਂ ਹੁੰਦੇ, ਇਹ ਵੀ ਕੋਈ ਨਹੀਂ ਪਤਾ। ਚੰਨੀ ਸਾਹਿਬ ਵੀ ਕੇਵਲ ਸਿੰਘ ਢੱਲੋਂ ਦੇ ਘਰ ਕੱਲ ਗਏ ਸੀਗੇ, ਪਰ ਉਹ ਵੀ ਪਤਾ ਨਹੀਂ ਹਜੇ ਅੰਦਰੋਂ ਨਿਕਲਿਆ ਨਹੀਂ ਤਾਂ ਉਹਨਾਂ ਨੇ ਐਲਾਨ ਕੀਤਾ ਸੀ ਵੀ ਮੈਂ 31 ਤਰੀਕ ਨੂੰ ਕੁਝ ਨਾ ਕੁਝ ਫੈਸਲਾ ਕਰੂੰਗਾ। ਘਰ ਪਹੁੰਚ ਗਏ। ਡਿੰਪਾ ਸਾਹਿਬ ਦਾ ਵੀ ਸੀਗਾ ਵੀ ਮੈਂ 30 ਨੂੰ ਐਲਾਨ ਕਰੂੰਗਾ, ਉਹਨਾਂ ਦਾ ਵੀ ਹਜੇ ਮਨ ਮਨਾਉਣ ਵਾਲਾ ਕੰਮ ਠੀਕ ਆ। ਪਰ ਕਾਂਗਰਸ ਦੀ ਜਿਹੜੀ ਸਟਾਰਟਿੰਗ ਤੋਂ ਲੈ ਕੇ ਬਗਾਵਤ ਆ, ਇਹਨਾਂ ਨੇ ਠੱਲਣ ਨੂੰ ਜਾਂ ਇਸ ਬਗਾਵਤ ਨੂੰ ਰੋਕਣ ਨੂੰ ਜਾਂ ਇਸ ਬਗਾਵਤ ਨੂੰ ਸ਼ਾਂਤ ਕਰਨ ਨੂੰ ਪਹਿਲੇ ਦਿਨ ਤੋਂ ਕੰਮ ਨਹੀਂ ਕੀਤਾ, ਲਾਸਟ ਮਹਿਕਮੇ ਪੁਆਇੰਟ ਤੇ ਆ ਕੇ ਕੀਤਾ। ਸਤਵੀਰ ਸਿੰਘ ਪੱਲੀ ਝਿੱਕੀ ਜਦੋਂ ਤੋਂ ਉਹ ਦਾਅਵੇਦਾਰ ਸੀ ਉਦੋਂ ਕਹਿੰਦੇ ਨਹੀਂ ਕੈਪਟਨ ਦਾ ਬੰਦਾ, ਉਹ ਕਹਿੰਦਾ ਚੰਗਾ ਫਿਰ ਮੈਂ ਕੈਪਟਨ ਨਾਲ ਜਾਣਾ, ਕੈਪਟਨ ਨਾਲ ਚਲੇ ਗਿਆ। ਕੈਪਟਨ ਨੇ ਪਹਿਲੀ ਸੂਚੀ 'ਚ ਪਹਿਲਾਂ ਨਾਂ ਹੀ ਉਹਦਾ ਲਿਖਤਾ ਵੀ ਨਵਾਂ ਸ਼ਹਿਰ ਤੋਂ ਉਮੀਦਵਾਰ ਹੋਵੇਗਾ। ਇਹਨਾਂ ਨੇ ਫੇਰ ਦੇਖਿਆ ਵੀ ਬੰਦਾ ਉੱਥੇ ਹੋਰ ਕੋਈ ਲੱਭਦਾ ਨਹੀਂ। ਦਿਲਬਾਗ ਸਿੰਘ ਦਾ ਪਰਿਵਾਰ ਸਾਰਾ ਉਹ ਸ਼ੁਰੂ ਤੋਂ ਲੜਦਾ ਆਇਆ ਨਵਾਂ ਸ਼ਹਿਰ ਤੋਂ, ਤੇ ਉਹਨੂੰ ਨਜ਼ਰਅੰਦਾਜ਼ ਕਰਤਾ ਇਸ ਕਰਕੇ ਵੀ ਉਹਦੀ ਵਾਈਫ ਜਿਹੜੀ ਯੂਪੀ 'ਚ ਬੀਜੇਪੀ ਚੱਲ ਗਈ। ਤੇ ਜੇ ਉਹਨੂੰ ਨਜ਼ਰਅੰਦਾਜ਼ ਕੀਤਾ ਤਾਂ ਘੱਟੋ ਘੱਟ ਉਹਨੂੰ ਵਿਸ਼ਵਾਸ 'ਚ ਲੈਂਦੇ। ਅੰਗਦ ਸਿੰਘ ਨੂੰ ਵਿਸ਼ਵਾਸ 'ਚ ਲਿਆ ਨੇ, ਕੈਪਟਨ ਵਾਲੀ ਟਿਕਟ ਉੱਥੋਂ ਕਟਵਾ ਕੇ ਨਾਲ ਹੀ ਪੱਲੀ ਝਿੱਕੀ ਨੂੰ ਦੇਤੀ ਆਪਣੇ ਕੋਟੇ 'ਚੋਂ। ਤੇ ਉਧਰੋਂ ਕੈਪਟਨ ਦਾ ਵੀ ਉਹ ਜਿਹੜਾ ਖਾਤੇ 'ਚ ਸੀਟ ਸੀਗੀ ਨਵਾਂ ਸ਼ਹਿਰ ਦੀ, ਉਹ ਬੀਜੇਪੀ ਨੇ ਲੈ ਲਈ। ਬੀਜੇਪੀ ਨੇ ਰਾਤ ਉਹ ਉੱਥੋਂ ਬੀਬੀ ਉੱਥੋਂ ਉਤਾਰ ਦਿੱਤੀ। ਦਿਲਚਸਪ ਮੁਕਾਬਲਾ ਬਣ ਗਿਆ। ਹੁਣ ਅੰਗਦ ਸਿੰਘ ਹੁਣੀ ਕਹਿੰਦੇ ਵੀ ਮੈਂ ਆਜ਼ਾਦ ਲੜਾਂਗਾ। ਬੀਜੇਪੀ ਨੂੰ ਆਸ ਸੀਗੀ ਵੀ ਹੋ ਸਕਦਾ ਅੰਗਦ ਸਿੰਘ ਜੇ ਨਾ ਉਦੋਂ ਟਿਕਟ ਮਿਲੇ ਤੇ ਬੀਜੇਪੀ 'ਚ ਆ ਜਾਊਗਾ, ਪਰ ਉਹ ਕਹਿੰਦਾ ਮੈਂ ਆਜ਼ਾਦ ਲੜਨਾ। ਸੋ ਇਹ ਸਾਰਿਆਂ ਹਲਕਿਆਂ ਦੇ ਵਿੱਚ ਕਾਂਗਰਸ ਨੂੰ ਐਸੀ ਦੁਚਿੱਤੀ ਔਰ ਘੁੰਮਣ ਘੇਰੀਆਂ ਵਿੱਚ ਪੈਣਾ ਪੈ ਰਿਹਾ ਵੀ ਉਹਨਾਂ ਦਾ ਜਿਹੜਾ ਸਭ ਤੋਂ ਜ਼ਿਆਦਾ ਹੌਟ ਸੀਟ ਹੈ ਨਾ, ਉਧਰ ਧਿਆਨ ਨਹੀਂ ਜਾ ਰਿਹਾ ਜੀ। ਉਧਰ ਨਹੀਂ ਕਾਂਗਰਸ ਦਾ ਧਿਆਨ ਜਾ ਰਿਹਾ ਵੀ ਹਾਂ ਵੀ ਅੰਮ੍ਰਿਤਸਰ ਪੂਰਬੀ ਦੇ ਵਿੱਚ ਵੀ ਕੋਈ ਮੁਕਾਬਲਾ ਹੈਗਾ ਆ, ਉਧਰ ਵੀ ਮੁਕਾਬਲਾ ਹੈਗਾ ਆ। ਬਿਲਕੁਲ ਸ਼ੇਰਗਿੱਲ ਸਾਹਿਬ, ਇਹਨਾਂ ਸਾਰੀਆਂ ਗੱਲਾਂ ਤੋਂ ਜਿਵੇਂ ਮੈਂ ਪਹਿਲਾਂ ਸ਼ੁਰੂਆਤ 'ਚ ਵੀ ਕਿਹਾ ਕਿ ਇਹਨਾਂ ਦੀ ਤਿਆਰੀ ਬਿਲਕੁਲ ਨਹੀਂ ਲੱਗ ਰਹੀ, ਜਾਂ ਫਿਰ ਜਿਹੜੀ ਇਹਨਾਂ ਨੇ ਤਿਆਰੀ ਇਹਨਾਂ ਨੇ ਕੀਤੀ ਸੀਗੀ ਉਹ ਤਿਆਰੀਆਂ ਹੁਣ ਚੱਲੀਆਂ ਨਹੀਂ, ਕਿਉਂਕਿ ਇੱਕ ਚਨੱਕੇ ਨੀਤੀ ਦੀ ਲੋੜ ਹੁੰਦੀ। ਤਿਆਰੀ ਦੇ ਵਿੱਚ ਅਜੇ ਸੀਐਮ ਚਿਹਰਾ ਲਾਣਾ ਇਹਨਾਂ ਨੇ, ਬਿਲਕੁਲ ਉਹ ਸ਼ਾਇਦ 20 ਤੋਂ ਬਾਅਦ ਲਾ ਦੇਣਗੇ। ਬਿਲਕੁਲ, ਮੋਬਾਈਲ ਫੋਨ ਤੇ ਮੈਸੇਜ ਫੋਨ ਵੀ ਆ ਰਹੇ ਨੇ ਕਿ ਤੁਸੀਂ ਕਿਹਦਾ ਚਿਹਰਾ, ਆਪ ਦੀ ਰਾਹ ਦੇ ਉੱਪਰ ਕਾਂਗਰਸ ਨਜ਼ਰ ਆ ਰਹੀ ਹੈ। ਉਦੋਂ ਇੰਨਾ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸਿੱਧੂ ਸਾਹਿਬ ਨੇ ਤੇ ਫਰਾਡ ਕਰ ਗਏ, ਜੇ ਇਹ ਕਰ ਗਏ ਫਲਾਣਾ ਕਰ ਗਏ, ਤੇ ਹੁਣ ਕਿਹੜੇ ਰਾਹ ਇਹ ਜਾ ਰਹੀ ਕਾਂਗਰਸ, ਉਹਦੇ ਵਿੱਚ ਨਹੀਂ ਅਗਲਾ ਸਵਾਲ ਉਠਾਊਗਾ ਤੁਸੀਂ ਫਰਾਡ ਕਰ ਗਏ। ਕੰਮ ਤਾਂ ਉਹੀ ਫੜਿਆ, ਪੈਟਰਨ ਤਾਂ ਉਹੀ ਰੱਖਣਾ ਨਾ ਕਿ ਮਾਮੇ ਦੀ ਕੁੜੀ ਚਲੀ ਤੇ ਮੈਂ ਕਿਉਂ ਰਹਿ ਗਈ ਕੱਲੀ, ਤੇ ਫਿਰ ਉਹ ਹੁਣ ਵਿਆਹ ਇਸ ਵਾਲੇ ਵਿਆਹ ਸਾਰਿਆਂ ਨੇ, ਇਹ ਤਾਂ ਸਾਰੇ ਬਰਾਤੀ ਬਣੇ ਹੋ। ਬਿਲਕੁਲ, ਇਹਨਾਂ ਨੂੰ ਦੁੱਲਾ ਅਜੇ ਫੇਰ ਵੀ ਨਹੀਂ ਮਿਲਿਆ, ਉਹ ਤਾਂ ਫੇਰ ਲੱਭ ਲਿਆ ਉਹਨਾਂ ਨੇ, ਪਰ ਇਹਨਾਂ ਨੂੰ ਦੁੱਲਾ ਨਹੀਂ ਮਿਲਿਆ। ਬਿਲਕੁਲ, ਇੱਕ ਰਣਨੀਤੀ ਦੀ ਲੋੜ ਹੁੰਦੀ ਹੈ ਚੋਣਾਂ ਦੇ ਲਈ, ਜੋ ਸਿਆਸੀ ਪਾਰਟੀਆਂ ਦੇ ਵਿੱਚ ਹੁੰਦੀ ਨਾ ਰਣਨੀਤੀ, ਕਾਂਗਰਸ 'ਚ ਉਹ ਕਿਤੇ ਨਾ ਕਿਤੇ ਮਿਸਿੰਗ ਲੱਗਦੀ ਹੈ। ਇਹਨਾਂ ਦਾ ਆਪਣਾ ਹੀ ਕਾਟੋ ਕਲੇਸ਼, ਆਪਣੀ ਖਾਨਾ ਜੰਗੀ, ਆਪਣੀ ਬਗਾਵਤੀ ਸੁਰਾਂ, ਇਹ ਸਾਰੀਆਂ ਪਾਰਟੀਆਂ 'ਚ ਹੁੰਦੀ ਹੈ, ਪਰ ਕਾਂਗਰਸ ਜਿੰਨੀ ਨਹੀਂ ਦੇਖੀ। ਮੈਨੂੰ ਲੱਗਦਾ ਵੀ ਇਹ ਤਜਰਬਾ ਕਰਦੇ ਆ। ਪਿਛਲੀ ਵਾਰ ਜਿਹੜੀ ਬਗਾਵਤ ਹੋਈ ਸੀ ਉਹ ਥੋੜੀ ਸੀ, ਐਤਕੀ ਹੋਰ ਤਜਰਬਾ ਕਰਕੇ ਦੇਖਦੇ, ਐਤਕੀ ਹੋਰ ਤਜਰਬਾ ਕਰਕੇ ਦੇਖਦੇ ਵੀ ਹੋਰ ਬਗਾਵਤ ਕਿੰਨੀ ਹੁੰਦੀ ਆ। ਤੇ ਜੇ ਹੁਣ 22 'ਚ ਬਗਾਵਤ ਜ਼ਿਆਦਾ ਹੋ ਗਈ ਤੇ 27 'ਚ ਫੇਰ ਕਰਾਂਗੇ ਆਪਾਂ ਤਜਰਬਾ, ਸ਼ਾਇਦ ਉਦੋਂ ਜ਼ਿਆਦਾ ਹੋ ਜਾਏ। ਉਹ ਜ਼ਿਆਦਾ ਤੋਂ ਜ਼ਿਆਦਾ ਬਗਾਵਤ ਕਰਕੇ ਦੇਖਦੇ ਆ। ਹੁਣ ਇਹਨਾਂ ਦੀ ਟੇਕ ਜ਼ਿਆਦਾ ਸੀਗੀ ਵੀ ਅਸੀਂ ਨੌਜਵਾਨ ਮੁੰਡੇ ਮੋਹਰੇ ਲਿਆਉਣੇ ਆ। ਉਹ ਨੌਜਵਾਨ ਮੁੰਡੇ ਜਾਂ ਨੌਜਵਾਨ ਵਰਗ ਜਾਂ ਨਵੇਂ ਚਿਹਰੇ ਲਿਆਉਣ ਦੇ ਖਾਤਰ ਪਤਾ ਨਹੀਂ, ਉਹ ਮੈਂ ਪਹਿਲੀ ਵਾਲੀ ਗੱਲ ਫੇਰ ਦੁਹਰਾਉਣਾ ਵੀ ਕਿਹੜੇ ਗਿੱਦੜ ਸਿੰਘੀ ਸੰਘਾਤੀ ਵੀ ਉਹ ਬੰਦੇ ਦੇ ਕਹੇ ਤੇ ਹਰੇਕ ਥਾਂ ਤੋਂ ਬੰਦਾ ਬਦਲਿਆ ਹੀ ਆ। ਤੇ ਇਹਨਾਂ ਨੇ ਉਹ ਨਹੀਂ ਦੇਖਿਆ ਵੀ ਜਿਹੜਾ ਬੰਦਾ ਪਹਿਲਾਂ ਐਮਐਲਏ ਸੀਗਾ ਹਰਜੋਤ ਕਮਲ ਵਰਗਾ ਜਾਂ ਹੋਰ ਕੋਈ, ਵੀ ਉਹਦਾ ਵੀ ਤਾਂ ਕੁਝ ਆਧਾਰ ਹੋਊਗਾ। ਬਿਲਕੁਲ, ਜੇ ਮੰਨ ਲਓ ਤੁਹਾਡੇ ਹਿਸਾਬ ਨਾਲ ਉਹ ਜਿੱਤ ਨਹੀਂ ਸਕਦਾ, ਮੰਨ ਲਓ ਵੀ ਤੁਸੀਂ ਇਹ ਉਹਦਾ ਸਰਵੇ ਕਰਾਇਆ ਹੋਊਗਾ ਵੀ ਇਹ ਬੰਦਾ ਜਿਹੜਾ ਦੁਬਾਰਾ ਇੱਥੋਂ ਐਮਐਲਏ ਨਹੀਂ ਬਣ ਸਕਦਾ, ਇਸ ਕਰਕੇ ਨਵਾਂ ਚਿਹਰਾ ਲਿਆਉਣਾ, ਤਾਂ ਤੁਹਾਡਾ ਕੀ ਇਰਾਦਾ ਵੀ ਉਹ ਇੰਨੀਆਂ ਕੁ ਵੋਟਾਂ ਨਹੀਂ ਲਿਜਾਊਗਾ ਜਿਹੜਾ ਤੁਹਾਨੂੰ ਨੁਕਸਾਨ ਪਹੁੰਚਾਊਗਾ? ਪਰ ਇੱਕ ਗੱਲ ਹੈ ਸ਼ੇਰਗਿੱਲ ਸਾਹਿਬ, ਜਦੋਂ ਕੋਈ ਵਿਧਾਇਕ ਹੁੰਦਾ ਨਾ ਤੇ ਫਿਰ ਜਦੋਂ ਉਹਨੇ ਦੂਜੀ ਵਾਰੀ ਆਣਾ ਜਾਂ ਨਹੀਂ ਆਣਾ, ਉਹ ਲੋਕਾਂ ਦੇ ਹੱਥ ਦੇ ਵਿੱਚ ਹੁੰਦਾ ਹੈ ਨਾ, ਕਿ ਉਹਨੇ ਕੰਮ ਕੀਤੇ, ਲੋਕਾਂ ਨੇ ਤੱਕੜੀ 'ਚ ਤੋਲਣਾ ਹੈ ਕਿ ਕਰ ਸਕਦਾ 5 ਸਾਲ ਵਿਚਰਿਆ ਹੁੰਦਾ ਉਹ ਦੂਸਰਿਆਂ ਦੇ ਨਾਲ।
ਪਰ ਮੈਂ ਕਹਿੰਦੀ ਆ ਕਿ ਲੋਕਾਂ ਦੀ ਵੋਟ ਦੇ ਨਾਲੋਂ ਜ਼ਿਆਦਾ ਨਾ ਉਹ ਐਮਐਲਏ ਆਪਣੀ ਪਾਰਟੀ ਦੇ ਅੰਦਰ ਜ਼ਿਆਦਾ ਤੋਲਦਾ ਹੈ। ਪਾਰਟੀ ਹੀ ਉਹਨੂੰ ਹੁਣ ਸਪੋਜ਼ ਲੋਕ ਸ਼ਾਇਦ ਉਹਨੂੰ ਹੁੰਗਾਰਾ ਭਰਦੇ ਹੋਣ ਕਿਸੇ ਵੀ ਵਿਧਾਇਕ ਨੂੰ, ਪਰ ਜਦ ਪਾਰਟੀ ਹੀ ਟਿਕਟ ਨਹੀਂ ਦੇਗੀ ਤੇ ਫਿਰ ਉੱਥੋਂ ਕੁਦਰਤੀ ਗੱਲ ਹੈ ਕਿ ਲੋਕ ਵੀ ਕੀ ਕਰਨਗੇ। ਨਹੀਂ, ਉਹ ਕਈ ਵਾਰੀ ਸਵਾਲ ਫਿਰ ਲੋਕ ਇਹ ਵੀ ਪੁੱਛਣ ਲੱਗ ਪੈਂਦੇ ਨਾ ਕਿ ਤੁਹਾਨੂੰ ਸਿਰਫ ਇੱਕ ਬੱਤੀ ਵਾਲੀ ਕਾਰ ਚਾਹੀਦੀ, ਲਾਲ ਬੱਤੀ ਵਾਲੀ, ਜਾਂ ਸਿਕਿਉਰਿਟੀ ਲੈ ਕੇ ਤੁਸੀਂ ਖੁਸ਼ ਆ ਵੀ ਹਾਂ ਵੀ ਸਿਕਿਉਰਿਟੀ ਮਿਲ ਗਈ, 2-4 ਪੁਲਿਸ ਵਾਲੇ ਗਨਮੈਨ ਇੱਧਰ ਹੋ ਜਾਣ, 2 ਇੱਧਰ ਹੋ ਜਾਣ, ਤੇ ਲਾਲ ਬੱਤੀ ਵਾਲੀ ਝੰਡੀ ਵਾਲੀ ਕਾਰ ਮਿਲ ਗਈ, ਬਸ ਠੀਕ ਆ, ਤੁਸੀਂ ਕੌਣ ਤੇ ਅਸੀਂ ਕੌਣ, 5 ਸਾਲ ਪਾ ਰਿਹਾ। ਇਹ ਵੀ ਲੋਕਾਂ ਨੂੰ ਹੁਣ ਸਮਝਣ ਲੱਗ ਪਿਆ। ਹੁਣ ਆਪਾਂ ਦੇਖਦੇ ਹੋ ਸੋਸ਼ਲ ਮੀਡੀਆ ਤੇ ਲੋਕ ਸਿੱਧੇ ਤਿੱਖੇ ਸਵਾਲ ਪੁੱਛਣ ਲੱਗ ਪਏ ਆ, ਇੱਥੋਂ ਤੱਕ ਵੀ ਜਦੋਂ ਨਾਮਜ਼ਦਗੀਆਂ ਭਰਦੇ ਨਾ ਤੇ ਇਹਨਾਂ ਦਾ ਜਿਹੜਾ ਜਾਇਦਾਦਾਂ ਦਾ ਵੇਰਵਾ ਆਉਂਦਾ, ਤੇ ਸਾਡੇ ਖਾਲੀ ਖਜ਼ਾਨਾ ਮੰਤਰੀ ਹੁੰਦੇ ਸੀ ਸਰਦਾਰ ਮਨਪ੍ਰੀਤ ਸਿੰਘ ਬਾਦਲ, ਉਹਨਾਂ ਦੀ ਜਾਇਦਾਦ ਕਹਿੰਦੇ ਦੁੱਗਣੀ ਹੋ ਗਈ। ਬਿਲਕੁਲ, ਉੱਥੇ ਸਵਾਲ ਉੱਠ ਗਏ, ਆંકੜੇ ਆ ਗਏ। ਬਿਲਕੁਲ, ਉਹਦੇ ਸਵਾਲ ਉੱਠ ਗਏ ਤੇ ਯਾਰ ਇਹ ਸਾਰੀ 5 ਸਾਲ ਤਨਖਾਹਾਂ ਦੇਣ ਤੋਂ ਹੀ ਡਰਦਾ ਰਿਹਾ, ਹੈ ਨਹੀਂ ਜੀ ਕੁਝ ਵੀ, ਖਜ਼ਾਨਾ ਖਾਲੀ ਆ। ਆਪਣੀ ਤਨਖਾਹ ਟਾਈਮ ਤੇ ਜਾਂਦੀ ਰਹੀ। ਜੇ ਚੰਨੀ ਸਾਹਿਬ ਕਹਿ ਦਿੰਦੇ ਸੀ ਵੀ ਅਸੀਂ ਐਂ ਕਰਾਂਗੇ ਤੇ ਕੋਲ ਹੀ ਬੈਠਾ ਐ ਦੇਖਦਾ ਰਹਿੰਦਾ ਹੋਣਾ, ਕੋਈ ਨਾ ਕਰ ਲਓ ਤੁਸੀਂ, ਖਜ਼ਾਨਾ ਤਾਂ ਇਧਰੋਂ ਹੀ ਜਾਣਾ, ਮੇਰੇ ਕੋਲ ਹੈ ਕੁਝ ਨਹੀਂ। ਕੈਪਟਨ ਸਾਹਿਬ ਹੁਣ ਜਦੋਂ ਜਾਇਦਾਦ ਆ ਗਈ, ਉਹਦਾ ਵੇਰਵਾ ਆ ਗਿਆ, ਤੇ ਉਹਦੇ ਚ ਹੁਣ ਸਵਾਲ ਸਾਰੇ ਕਰ ਰਹੇ ਆ ਵੀ ਭਾਈ ਇਦਾਂ ਦਾ ਫਾਰਮੂਲਾ ਕੋਈ ਸਾਨੂੰ ਵੀ ਦੱਸ ਦਿਓ ਜਿਹੜੀ 5 ਸਾਲਾਂ ਚ ਦੁੱਗਣੀ ਹੋ ਜਾਏ, ਕਿਉਂਕਿ ਅੱਜ ਕੱਲ ਤਾਂ ਐਫਡੀਏ ਵੀ 5 ਸਾਲ ਚ ਨਹੀਂ ਹੁੰਦੀ, ਉਹ ਵੀ ਮੈਂ ਕਿਹਾ 7-8 10 ਸਾਲ ਕਰਤੇ ਬੈਂਕਾਂ ਨੇ। ਇਹ 5 ਸਾਲ ਚ ਕਿਸੇ ਨੇਤਾ ਦੀ ਦੁੱਗਣੀ ਹੁੰਦੀ ਹੈ ਆਮਦਨ, ਤਾਂ ਫਿਰ ਮੈਨੂੰ ਲੱਗਦਾ ਵੀ ਜਿਹੜਾ ਨੌਜਵਾਨ ਵਰਗ ਮੋਹਰੇ ਆ ਰਿਹਾ ਨਾ, ਉਹ ਕਹੂਗਾ ਛੱਡੋ ਪਰੇ, ਕੀ ਕਰਨਾ ਜੀ ਪੜ੍ਹਾਈਆਂ ਨੂੰ, ਇਹਦਾ ਨੇਤਾ ਬਣਦੇ 5 ਸਾਲ ਚ ਆਮਦਨ ਤਾਂ ਦੁੱਗਣੀ ਹੋਊਗੀ। ਸੋ ਖਾਲੀ ਖਜ਼ਾਨਾ ਮੰਤਰੀ ਦੇ ਨਾਲ ਹੋਰ ਵੀ ਕਈ ਇਹੋ ਜਿਹੇ ਲੀਡਰ ਹੈਗੇ ਆ ਜਿਨ੍ਹਾਂ ਦੀ ਆਮਦਨ, ਉਹਨਾਂ 'ਚ ਰਾਜਾ ਵੜਿੰਗ ਵੀ ਆਉਂਦਾ ਆ, ਉਹਨਾਂ 'ਚ ਭਗਵੰਤ ਮਾਨ ਦਾ ਜ਼ਿਕਰ ਵੀ ਆਇਆ ਵੀ ਜਿਹੜਾ ਬੰਦਾ ਕੱਚੇ ਘਰ 'ਚ ਰਹਿੰਦਾ ਸੀ ਇਸ ਵੇਲੇ 2 ਕਰੋੜ ਦਾ ਮਾਲਕ ਆ, 2 ਕਰੋੜ ਦੀ ਜਾਇਦਾਦ ਦਾ। ਸੋ ਇਹ ਜਿਹੜੇ ਜਾਇਦਾਦਾਂ ਦੇ ਵੇਰਵੇ ਆਉਂਦੇ ਆ, ਇਹ ਹੁੰਦੇ ਤਾਂ ਉਹ ਪੱਕੇ ਆ, ਟੈਕਸੇਬਲ ਹੁੰਦੇ ਆ, ਸਾਰਾ ਕੁਝ ਉਹਨਾਂ ਨੇ ਵੇਰਵਾ ਦਿੱਤਾ ਹੁੰਦਾ ਸਰਕਾਰ ਕੋਲ, ਪਰ ਲੋਕੀ ਤਾਂ ਇਹੀ ਕਰਕੇ ਪੁੱਛਦੇ ਆ ਨਾ ਇਹ ਭਾਈ ਇਹ ਦੁੱਗਣੀ ਕਿਵੇਂ ਹੋ ਗਈ, ਸਾਨੂੰ ਵੀ ਦੱਸ ਦੇ। ਤਨਖਾਹਾਂ ਦੇ ਵਿਚਾਰੇ ਹਜੇ ਤੱਕ ਨਹੀਂ ਕਿਸੇ ਨੂੰ ਮਿਲੇ, ਕੋਈ ਟੈਂਕੀਆਂ ਦੇ ਚੜਿਆ ਰਹਿ ਗਿਆ, ਨੌਕਰੀਆਂ ਕਿਸੇ ਨੂੰ ਨਹੀਂ ਦਿੱਤੀਆਂ। ਜਦੋਂ ਕਰੋਨਾ ਰਿਹਾ ਹੋਵੇ, ਲੋਕਾਂ ਦੀ ਜੇਬਾਂ ਖਾਲੀ ਹੋ ਗਈਆਂ ਤੇ ਇਹ ਦੁੱਗਣੇ ਹੋ ਗਏ, ਇਹਨਾਂ ਦੀਆਂ ਜੇਬਾਂ ਤੋਂ ਬਾਹਰ ਨਿਕਲਦੇ ਸੀਗੇ। ਬਿਲਕੁਲ। ਇਸ ਦੇ ਵਿੱਚ ਗੱਲ ਕਰਦੇ ਹਾਂ, ਬੀਤੇ ਦਿਨ ਜਦੋਂ ਨਾਮਜ਼ਦਗੀਆਂ ਭਰੀਆਂ ਗਈਆਂ, ਕੱਲ ਲੰਬੀ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਵੀ ਭਰੀ, ਜਲਾਲਾਬਾਦ ਤੋਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਭਰੀ, ਜਿਨ੍ਹਾਂ ਦੀ ਕਵਰਿੰਗ ਉਮੀਦਵਾਰ ਹਰਸਿਮਰਤ ਕੌਰ ਬਾਦਲ ਰਹੇ। ਉਸ ਤੋਂ ਬਾਅਦ ਚਮਕੌਰ ਸਾਹਿਬ ਤੇ ਭਦੌੜ ਤੋਂ ਜੋ ਆਪਣੇ ਚੰਨੀ ਸਾਹਿਬ ਹੋਰਾਂ ਦੇ ਵੱਲੋਂ ਭਰੀ ਗਈ। ਤੁਸੀਂ ਜਿਵੇਂ ਗੱਲ ਵੀ ਕੀਤੀ ਕਿ ਭਦੌੜ ਦੇ ਵਿੱਚ ਉਹਨਾਂ ਦਾ ਵਿਰੋਧ ਹੋਇਆ, ਤੇ ਸਿੱਧੂ ਸਾਹਿਬ ਦੀ ਹਜੇ ਅੰਮ੍ਰਿਤਸਰ ਪੂਰਬੀ ਤੋਂ ਹੀ ਹੈ। ਲੋਕਾਂ 'ਚ ਵਾਰ-ਵਾਰ ਸਵਾਲ ਆਉਂਦਾ ਹੈ ਕਿ ਇਹ ਸੰਕੇਤ ਦੇ ਰਹੇ ਨੇ ਕਿ ਸਿੱਧੂ ਸਾਹਿਬ ਕਿਤੇ ਨਾ ਕਿਤੇ ਮਜੀਠੀਆ ਔਰ ਸਿੱਧੂ ਦੋਨਾਂ 'ਚੋਂ ਇੱਕ ਹੀ ਜਿੱਤੇਗਾ, ਚਾਹੇ ਮਜੀਠੀਆ ਚਾਹੇ ਸਿੱਧੂ। ਪਰ ਸਿੱਧੂ ਨੂੰ ਜੇਕਰ ਆਉਣ ਵਾਲੇ ਸਮੇਂ 'ਚ ਇਹਨਾਂ ਨੇ ਮੁੱਖ ਮੰਤਰੀ ਚਿਹਰਾ ਬਣਾਉਣਾ ਹੈ ਤੇ ਇਹ ਬੈਕਅਪ ਲੈ ਕੇ ਕਿਉਂ ਨਹੀਂ ਚੱਲ ਰਹੇ, ਜਿਵੇਂ ਚੰਨੀ ਸਾਹਿਬ ਦਾ ਬੈਕਅਪ ਲਿਆ ਹੋਇਆ ਹੈ ਭਦੌੜ ਜਾਂ ਚਮਕੌਰ ਸਾਹਿਬ, ਕਿਉਂਕਿ ਚਮਕੌਰ ਸਾਹਿਬ ਤੋਂ ਚੰਨੀ ਸਾਹਿਬ ਖੋਰੇ 5 ਵਾਰੀ ਵਿਧਾਇਕ ਵੀ ਰਹੇ ਨੇ, ਤੇ ਉਧਰੋਂ ਤਾਂ ਉਹਨਾਂ ਨੂੰ 3 ਵਾਰੀ ਤੇ 1 ਵਾਰੀ ਆਜ਼ਾਦ ਵੀ ਰਹੇ। ਬਿਲਕੁਲ। ਤੇ ਜਦੋਂ ਇੰਨਾ ਕੁਝ ਉਹਨਾਂ ਦੀ ਸਥਿਤੀ ਮਜ਼ਬੂਤ ਹੈ, ਉਸ ਦੇ ਬਾਵਜੂਦ ਉਹਨਾਂ ਨੂੰ ਭਦੌੜ ਤੋਂ ਲੜਾਇਆ ਜਾ ਰਿਹਾ ਹੈ। ਤੇ ਜਦੋਂ ਸਿੱਧੂ ਸਾਹਿਬ ਨੂੰ ਦੇਖੀਏ ਅੰਮ੍ਰਿਤਸਰ ਹਲਕਾ ਪੂਰਬੀ ਦੇ ਵਿੱਚ ਦੇਖੀ ਜਾ ਕੇ, ਤਾਂ ਉਹ ਕਿਤੇ ਨਾ ਕਿਤੇ ਦੂਰ ਰਹੇ ਹੈ, ਲੋਕਾਂ ਦੀ ਪਹੁੰਚ ਤੋਂ ਬਾਹਰ ਰਹੇ ਨੇ। ਫਿਰ ਸਿੱਧੂ ਸਾਹਿਬ ਦੇ ਉੱਪਰ ਐਡਾ ਵੱਡਾ ਕਿਉਂ ਖੇਡਿਆ ਜਾ ਰਿਹਾ ਦਾ? ਦੇਖੋ, ਤੁਹਾਨੂੰ ਯਾਦ ਹੋਊਗਾ ਜਦੋਂ ਰਾਹੁਲ ਗਾਂਧੀ ਜਲੰਧਰ ਆਏ ਸੀ ਨਾ, 1 ਦਿਨ ਦਾ ਦੌਰਾ ਸੀ, ਅੰਮ੍ਰਿਤਸਰ ਹੋ ਕੇ ਮੱਥਾ ਟੇਕ ਕੇ ਸਾਰੇ, ਤੇ ਜਲੰਧਰ ਉਹਨਾਂ ਨੇ ਵਰਚੁਅਲ ਰੈਲੀ ਕੀਤੀ ਸੀ ਜੀ। ਉਹਦੇ ਵਿੱਚ ਸਭ ਤੋਂ ਵੱਧ ਰੌਲਾ ਚੰਨੀ ਤੇ ਸਿੱਧੂ ਨੇ ਪਾਇਆ ਸੀ ਕਿ ਸੀਐਮ ਚਿਹਰਾ ਐਲਾਨੋ ਜੀ ਹੁਣੇ। ਲੋਕ ਪੁੱਛਦੇ ਆ ਕਿ ਤੁਹਾਡਾ ਜਿਹੜਾ ਮਾਡਲ ਆ ਲਾਗੂ ਕਰਨ ਵਾਲਾ ਬੰਦਾ ਕੌਣ ਆ, ਇਸ ਕਰਕੇ ਐਲਾਨੋ। ਬਿਲਕੁਲ। ਮਾਫਰ ਵਿੱਚ ਜੋੜਾਂਗੀ, ਉਹ ਤਾਂ ਵੀ ਕਹਿੰਦੇ ਹੋਣੇ ਨਾ ਕਿ ਜੇਕਰ ਚੰਨੀ ਨੂੰ ਬਣਾਉਣਾ ਤਾਂ ਸਿੱਧੂ ਸਾਹਿਬ ਕਹਿਣ ਕਿ ਮੈਂ ਐਵੇਂ ਫਿਰ ਮਿਹਨਤ ਕਰੀ ਜਾਣਾ, ਚੰਨੀ ਕਰੇ ਕੱਲਾ, ਚੰਨੀ ਸਾਹਿਬ ਨੂੰ ਵੀ ਹੋਣਾ ਕਿ ਸਿੱਧੂ ਕਰੇ ਕੱਲਾ। ਉਧਰ ਹੀ ਆ ਰਿਹਾ ਸੀ ਮੈਂ ਤੁਹਾਡੇ ਵੱਲ ਨੂੰ ਹੀ, ਤੇ ਉਧਰ ਹੁਣ ਰਾਹੁਲ ਹੁਣੀ ਕਹਿ ਗਏ ਕਿ ਅਸੀਂ ਭਾਈ ਵਰਕਰਾਂ ਤੋਂ ਪੁੱਛ ਕੇ ਫੇਰ ਹੀ ਐਲਾਨ ਕਰਾਂਗੇ, ਕਰ ਦਿਆਂਗੇ, ਪਰ ਪਤਾ ਨਹੀਂ ਕਦੋਂ ਕਰਦੇ। ਹਲੇ ਤੁਸੀਂ ਆ ਦੱਸਦੇ ਹਟੇ ਨਾ ਵੀ ਫੋਨ ਆਉਣ ਲੱਗ ਪਏ ਆ, ਵਿਚਾਰ ਪੁੱਛਦੇ ਆ। ਉਸੇ ਦੌਰਾਨ ਉਹਨਾਂ ਵੱਲੋਂ ਜਦੋਂ 1-2 ਦਾਅਵੇਦਾਰ ਸੀ, ਤੀਜੇ ਜਾਖੜ ਸਾਹਿਬ ਵੀ ਹੈਗੇ ਆ, ਪਰ ਉਹ ਹਜੇ ਇਸ ਲਾਈਨ 'ਚ ਨਹੀਂ ਆਏ, 2 ਹੀ ਪਰਪੱਕ ਮੰਨੀ ਜਾਂਦੇ ਆ ਵੀ ਇਹਨਾਂ ਦੇ ਵਿੱਚ ਕੌਣ ਹੈ। ਇਹਨਾਂ ਦੋਹਾਂ ਦਾ ਮੁਕਾ ਲਓ, ਫਿਰ ਮੈਂ ਦੇਖਾਂਗਾ। ਉਹਦੇ ਵਿੱਚ ਕੀ ਹੋਇਆ ਨਹੀਂ, ਉਦੋਂ ਜਦੋਂ ਕੈਪਟਨ ਸਾਹਿਬ ਨੂੰ ਲਾਇਆ ਸੀ ਤੇ ਉਦੋਂ ਵੀ ਹੁਣ ਸੁਖਜਿੰਦਰ ਰੰਧਾਵੇ ਦਾ ਦਰਦ ਵੀ ਝਲਕਿਆ। ਥੋੜਾ ਜਿਹਾ ਮੈਂ ਲਾਈਨ ਤੋਂ ਹਟ ਕੇ ਜਾ ਰਿਹਾ, ਉਹਨਾਂ ਦਾ ਦਰਦ ਵੀ ਝਲਕਿਆ। ਪਹਿਲੀ ਵਾਰ ਬੋਲੇ ਉਹ, ਕਹਿੰਦੇ ਜਦੋਂ ਕੈਪਟਨ ਨੂੰ ਹਟਾਇਆ ਤੇ ਮੇਰੀ ਸੀਐਮ ਦੀ ਕੁਰਸੀ ਪੱਕੀ ਸੀਗੀ, ਤਕਰੀਬਨ ਹਾਈ ਕਮਾਂਡ ਨੇ ਓਕੇ ਕਰਤਾ ਸੀਗਾ। ਤਾਂ ਆਪਾਂ ਦੇਖਿਆ ਵੀ ਆ ਵੀ ਲੋਕ ਕਿਦਾਂ ਬੁੱਕੇ ਲੈ ਕੇ ਉਹਨਾਂ ਦੇ ਘਰਾਂ ਵੱਲ ਨੂੰ ਦੌੜੇ ਆ, ਉਹਨਾਂ ਨੂੰ ਵਧਾਈਆਂ ਦੇਣ ਪਹੁੰਚ ਰਹੇ ਸੀਗੇ। ਤੇ ਹੋਇਆ ਕੀ ਵੀ 2 ਸ਼ਾਮ ਤੱਕ ਸ਼ਾਇਦ ਜਾਂ ਦੂਜੇ ਦਿਨ ਤੱਕ ਉਹਨਾਂ ਦਾ ਉਹ ਪੱਤਾ ਕੱਟਿਆ ਗਿਆ ਤਾਂ ਰੰਧਾਵਾ ਸਾਹਿਬ ਵਿਚਾਰੇ ਮਾਯੂਸ ਹੋ ਗਏ। ਫਿਰ ਕਹਿੰਦੇ ਉਦੋਂ ਵਾਰੀ ਜਾਖੜ ਸਾਹਿਬ ਦੀ ਵੀ ਆਈ ਸੀਗੀ ਵੀ ਚਲੋ ਕੋਈ ਨਹੀਂ, ਇੱਕ ਹਿੰਦੂ ਚਿਹਰਾ ਬਣਾਤਾ ਜਾਵੇ। ਉਹਦੇ ਵਿੱਚ ਵੀ ਜੋ ਛਪਿਆ ਸੂਤਰਾਂ ਦੇ ਹਵਾਲੇ ਨਾਲ, ਫਿਰ ਅੰਬਿਕਾ ਸੋਨੀ ਨੇ ਇੱਕ ਅੜਿੱਕਾ ਡਾਹਤਾ, ਨਹੀਂ ਜੀ ਪੰਜਾਬ ਜਿਹੜਾ ਦੇ ਵਿੱਚ ਸੀਐਮ ਜਿਹੜਾ ਉਹ
ਸਿੱਖ ਸ਼ਖਸੀਅਤ ਵਾਲਾ ਚਿਹਰੇ ਵਾਲਾ ਚਾਹੀਦਾ। ਉਹ ਹੁਣ ਜਾਖੜ ਹੋਣਾ ਨੇ ਉਹਦੀ ਜਿਹੜੀ ਗੁੱਸਾ ਸੀਗਾ ਅੰਬਿਕਾ ਸੋਨੀ ਵਾਲਾ, ਉਹ ਮੀਟਿੰਗ ਦੇ ਵਿੱਚ ਹਾਈ ਕਮਾਂਡ ਸਾਹਮਣੇ ਕੱਢਤਾ ਸੀ। ਉਹ ਜੋ ਕੁਝ ਹੋਇਆ ਬਿਲਕੁਲ ਮੀਟਿੰਗ ਦੇ ਵਿੱਚ ਟਿਕਟਾਂ ਦੀ ਵੰਡ ਵੇਲੇ ਸਾਰਿਆਂ ਨੂੰ ਪਤਾ। ਉਸ ਤੋਂ ਬਾਅਦ ਫਿਰ ਜਦੋਂ ਸਾਰਾ ਕੁਝ ਚੱਲ ਗਿਆ ਤੇ ਫਿਰ ਸਾਡੇ ਸਿੱਧੂ ਸਾਹਿਬ ਕਹਿੰਦੇ ਜੇ ਜੱਟ ਸਿੱਖੀ ਬਣਾਉਣਾ ਤਾਂ ਮੈਂ ਕੱਲ ਹੀ ਬੈਠਾ, ਮੈਨੂੰ ਬਣਾ ਦਿਓ। ਇਹਨਾਂ ਨੇ ਭਗਵੰਤ ਸਿੰਘ ਦਾ ਮੁੰਡਾ ਬਣਾਇਆ। ਉਹ ਫਿਰ ਕਹਿੰਦੇ 4-5 ਜਣੇ ਜਦੋਂ ਦਾਅਵੇਦਾਰ ਹੋ ਗਏ ਨਾ ਤਾਂ ਚੰਨੀ ਸਾਹਿਬ ਨੂੰ ਲਿਆ ਕੇ ਮੂਹਰੇ ਬਿਠਾਲਤਾ ਵੀ ਆਹ ਮੁੱਖ ਮੰਤਰੀ ਆ। ਇਦਾਂ ਹੀ ਰਾਹੁਲ ਉਹਨਾਂ ਨੇ ਕੀਤਾ। ਹੁਣ ਬਿਲਕੁਲ ਜਿਹੜੀ ਉਹ ਗੱਲ ਉਦੋਂ ਦੀ ਸੀ ਨਾ ਵੀ ਚੰਨੀ ਨੂੰ ਚੱਕ ਕੇ ਲਿਆ ਕੇ ਬਿਠਾਲਤਾ ਤੇ ਇਹਨਾਂ ਨੇ ਵੀਡੀਓ ਜਾਰੀ ਕੀਤੀ ਸੀ ਸੋਨੂ ਸੂਦ ਦੀ। ਸੋਨੂ ਸੂਦ ਕਹਿੰਦਾ ਨਾ ਵੀ ਜਿਹੜਾ ਆਗੂ ਹੁੰਦਾ ਜਾਂ ਰਾਜਾ ਉਹੀ ਹੁੰਦਾ ਜਿਹਨੂੰ ਪਤਾ ਹੀ ਨਹੀਂ ਵੀ ਮੈਂ ਕਿੱਥੇ ਆ ਕਿੱਥੇ ਨਹੀਂ, ਤਾਂ ਉਹਨੂੰ ਬੈਕ ਬੈਂਚ ਤੋਂ ਲਿਆ ਕੇ ਮੂਹਰੇ ਬਿਠਾਤਾ ਜਾਵੇ। ਉਹ ਕਦੇ ਆਪਣੇ ਆਪ ਦਾਅਵਾ ਨਹੀਂ ਕਰਦਾ, ਉਹ ਬੰਦਾ ਕੰਮ ਕਰਨ ਵਾਲਾ ਹੁੰਦਾ। ਤੇ ਰਾਹੁਲ ਹੋਣਾ ਨੇ ਜਾਂ ਹਾਈ ਕਮਾਂਡ ਨੇ ਚੰਨੀ ਨੂੰ ਇੱਕ ਸੀਟ ਦਿਸਦੀ ਹਾਰਦੀ ਦੂਜੀ ਦੇ ਕੇ ਉਹਨਾਂ ਨੂੰ ਸੇਫ, ਪਤਾ ਨਹੀਂ ਦੋਨੋਂ ਤੋਂ ਹਾਰਦੇ ਕੇ ਜਿੱਤਦੇ ਵੱਖਰੀ ਗੱਲ ਆ, ਪਰ ਉਹਨਾਂ ਲਈ ਦੂਜੀ ਸੀਟ ਦੇ ਕੇ ਸੇਫ ਇੱਕ ਇੰਡੀਕੇਸ਼ਨ ਪੰਜਾਬ ਨੂੰ ਦੇਤੀ ਤੇ ਸਾਡਾ ਜਿਹੜਾ ਸੀਐਮ ਚਿਹਰਾ ਉਹ ਚੰਨੀ ਆ। ਤੇ ਸਿੱਧੂ ਵਿਚਾਰੇ ਨੂੰ ਸਿੰਗਲ ਥਾਂ ਫਸਾਤਾ। ਦਿਨ ਸੀਗੇ 2 ਵਜੇ, ਸਿੱਧੂ ਲਈ ਵੀ ਇੱਕ ਸੀਟ ਹੋਰ ਲੱਭ ਸਕਦੇ ਸੀਗੇ। ਹੁਣ ਸਿੱਧੂ ਸਾਹਿਬ ਤਾਂ ਚੈਲੰਜ ਕਰ ਰਹੇ ਨਾ ਮਜੀਠੀਏ ਨੂੰ ਵੀ ਆ ਜੇ ਪੇ ਦਾ ਪੁੱਤਿਆ ਤਾਂ ਕੱਲੇ ਇੱਕ ਤੋਂ ਲੜ ਕੇ ਦਿਖਾਲ। ਉਹਨਾਂ ਨੇ ਵੀ ਸੀਟ ਛੱਡਤੀ। ਹੁਣ ਇਹ ਦੋਏ ਰਹਿ ਗਏ ਇੱਕ ਥਾਂ। ਹੁਣ ਦੋਨਾਂ ਚੋਂ ਪੱਕਾ ਆ ਵੀ ਇੱਕ ਹੀ ਰਹੂਗਾ। ਤੇ ਮੈਂ ਤਾਂ ਅੱਗੇ ਵੀ ਕਿਹਾ ਸੀਗਾ ਵੀ ਇਹਨਾਂ ਵੱਡੇ ਵੱਡੇ ਦਿੱਗਜਾਂ ਨੂੰ ਆਪਸ ਵਿੱਚ ਹੀ ਲੜਨਾ ਚਾਹੀਦਾ ਤਾਂ ਕਿ ਰਵੇ ਇੱਕ ਬੰਦਾ, ਦੂਜਾ ਬੰਦਾ ਨੇੜੇ ਹੀ ਨਾ ਆਵੇ। ਜਦੋਂ ਦੋਏ ਆ ਜਾਂਦੇ ਤੇ ਇੱਕ ਦੂਜੇ ਲੱਤਾਂ ਖਿੱਚਦੇ। ਸ਼ਰਮੋ ਸ਼ਰਮੀ ਅਗਲੀ ਵਾਰੀ ਚੋਣਾਂ 'ਚ ਨਾ ਆਵੇ। ਕਾਂਗਰਸ ਨੇ ਇੱਕ ਕਿਸਮ ਨਾਲ ਚੰਨੀ ਨੂੰ ਗੈਰ ਆਫੀਸ਼ੀਅਲੀ ਭਾਵੇਂ ਨਾ ਸੀ ਪਰ ਇੱਕ ਇੰਡੀਕੇਸ਼ਨ ਦੇ ਤੌਰ ਤੇ ਸਪਸ਼ਟ ਕਰਤਾ ਵੀ ਅਸੀਂ 2 ਸੀਟਾਂ ਤਾਂ ਲੜਾ ਰਹੇ ਵੀ ਜੇ ਇੱਕ 'ਚ ਹਾਰ ਜਾਊਗਾ ਤੇ ਇਹ ਤਾਂ ਨਹੀਂ ਨਾ ਹੋਊਗਾ ਵੀ ਸੀਐਮ ਚਿਹਰੇ ਵਾਲਾ ਬੰਦਾ ਹੀ ਹਾਰ ਗਿਆ। ਤੇ ਇਸ ਕਰਕੇ ਉਹਨਾਂ ਨੇ ਚੰਨੀ ਨੂੰ ਹੀ ਸੀਐਮ ਚਿਹਰੇ ਵਜੋਂ ਪੇਸ਼ ਕੀਤਾ। ਹੁਣ ਉਹਦਾ ਬਕਾਇਦਾ ਰਸਮੀ ਤੌਰ ਤੇ ਐਲਾਨ ਬਾਕੀ ਆ, ਕਰਦੇ ਨਹੀਂ ਕਰਦੇ ਵੱਖਰੀ ਗੱਲ ਹੈ, ਪਰ ਇੱਕ ਮੈਸੇਜ ਜ਼ਰੂਰ ਉਹਨਾਂ ਨੇ ਦਿੱਤਾ। ਪਰ ਸਾਹਿਬ ਕਾਂਗਰਸ ਨਾ on ਦੀ ਸਪੋਰਟ ਬਹੁਤ ਕੁਝ ਕਰਦੀ ਹੈ। ਅੱਜ ਦਾ ਦਿਨ ਸ਼ਾਮ ਤੱਕ ਫਿਰ ਵੀ ਦੇਖ ਲੈਣੇ ਕਿਤੇ ਨਾ ਹੋਵੇ ਸ਼ਾਮ ਤੱਕ ਸਿੱਧੂ ਸਾਹਿਬ ਦੂਜੀ ਕਿਸੇ ਸੀਟ ਤੇ ਇਹ ਵੀ ਪਤਾ ਨਹੀਂ, ਇਹ ਵੀ ਨਹੀਂ ਪਤਾ ਕਿਉਂਕਿ ਉਹ ਕਹਿੰਦੇ ਹਣੇ ਵੀ ਉਹ ਸੀਟ ਛੱਡ ਗਿਆ ਤੇ ਮੁੜ ਕੇ ਫਿਰ ਮਜੀਠੀਆ ਸਾਹਿਬ ਕਹਿਣ ਵੀ ਇਹ 2 ਤੇ ਲੜ ਰਿਹਾ, ਹੁਣ ਮੈਨੂੰ ਵੀ ਦੂਜੀ ਲੱਭਣੀ ਪੈਣੀ ਕੋਈ ਨਾ ਕੋਈ ਬੰਦਾ। ਬਿਲਕੁਲ। ਸੋ ਲਗਾਤਾਰ ਪੂਰਾ ਮਾਹੌਲ ਗਰਮਾਇਆ ਹੋਇਆ। ਸੱਤਾ ਧਿਰ ਦੀ ਰਣਨੀਤੀ ਫਿਲਹਾਲ ਕਿਤੇ ਨਾ ਕਿਤੇ ਬਹੁਤ ਥੱਲੜੇ ਪੱਧਰ ਦੀ ਨਜ਼ਰ ਆ ਰਹੀ ਹੈ, ਕੋਈ ਤਿਆਰੀ ਨਜ਼ਰ ਨਹੀਂ ਆ ਰਹੀ। ਦੂਜੇ ਪਾਸੇ ਗੱਲ ਕਰ ਲੈਂਦੇ ਹਾਂ, ਜਿਵੇਂ ਅਸੀਂ ਮੁੱਖ ਸਵਾਲ ਹੀ ਸਾਡਾ ਅੱਜ ਦਾ ਸਿਰਲੇਖ ਵੀ ਇਹੀ ਸੀ ਕਿ ਪੰਜਾਬ 'ਚ ਭਾਜਪਾ ਸਰਕਾਰ ਬਣਾਏਗੀ। ਵਜ੍ਹਾ ਕੀ ਹੈ? ਕਾਂਗਰਸ ਦੀ ਅਸੀਂ ਪੂਰੀ ਵਿਸਥਾਰ ਦੇ ਨਾਲ ਗੱਲਬਾਤ ਕੀਤੀ। ਅਕਾਲੀ ਬਸਪਾ ਕਿਉਂਕਿ ਇੱਕ ਤੀਜੇ ਨੰਬਰ ਤੇ ਚਲੀ ਗਈ ਅਕਾਲੀ ਦਲ ਪਿਛਲੀ ਚੋਣਾਂ ਦੇ ਵਿੱਚ, ਤੇ ਹੁਣ ਬਸਪਾ ਨੂੰ ਵੀ ਨਾਲ ਜੋੜਿਆ ਹੋਇਆ ਹੈ, ਜਿੰਨਾ ਕੁ ਹੁੰਗਾਰਾ ਮਿਲ ਰਿਹਾ ਹੈ। ਤੇ ਉਸ ਤੋਂ ਬਾਅਦ ਹਾਲ ਦੀ ਘੜੀ ਮਾਹਿਰਾਂ ਦੇ ਕੋਲ ਅੰਦਾਜ਼ੇ ਵੀ ਨਹੀਂ ਹੈ, ਕਿਆਸ ਰਾਈਆਂ ਵੀ ਨਹੀਂ ਹੈ, ਕਿਉਂਕਿ ਮਾਹਿਰਾਂ ਨੂੰ ਸਮਝ ਹੀ ਨਹੀਂ ਆ ਰਿਹਾ ਕਿ ਪਾਰਟੀਆਂ ਕਰ ਕੀ ਰਹੀਆਂ ਨੇ। ਤੇ ਕਿਤੇ ਨਾ ਕਿਤੇ ਫਿਰ ਵੀ ਇੱਕ ਗੱਲ ਆਂਦੀ ਹੈ ਕਿ ਕੀ ਪੰਜਾਬ ਦੇ ਵਿੱਚ ਭਾਜਪਾ ਮਿਲਗੋਬਾ ਸਰਕਾਰ ਬਣ ਸਕਦੀ ਹੈ, ਖਿਚੜੀ ਸਰਕਾਰ ਬਣ ਸਕਦੀ ਹੈ। ਇਸ ਖਿਚੜੀ ਦੇ ਵਿੱਚ ਅਕਾਲੀ ਬਸਪਾ ਵੀ ਹੋ ਸਕਦੇ ਆ ਤੇ ਭਾਜਪਾ ਵਾਲੇ ਵੀ ਹੋ ਸਕਦੇ ਆ। ਤੇ ਭਾਜਪਾ ਦੇ ਅੰਦਰ ਤਾਂ ਪਹਿਲਾਂ ਹੀ ਖਿਚੜੀ ਹੈ ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੀ। ਇਹ ਸਭ ਨੂੰ ਜਦੋਂ ਦੇਖਿਆ ਜਾਵੇ, ਜੇਕਰ ਮਿਲਗੋਬਾ ਦੇ ਵਿੱਚ ਵੀ ਭਾਜਪਾ ਆ ਜਾਂਦੀ ਹੈ, ਕਿਤੇ ਨਾ ਕਿਤੇ ਸਿੱਧੇ ਸਿੱਧੇ ਢੰਗ ਦੇ ਨਾਲ ਇਹਨੂੰ ਭਾਜਪਾ ਸਰਕਾਰ ਵੀ ਕਿਹਾ ਜਾ ਸਕਦਾ ਹੈ, ਜੇਕਰ ਸੀਟਾਂ ਭਾਜਪਾ ਦੀਆਂ ਅਕਾਲੀ ਬਸਪਾ ਦੇ ਨਾਲੋਂ ਜਾਂ ਦੂਜੀਆਂ ਪਾਰਟੀਆਂ ਦੇ ਨਾਲੋਂ ਜ਼ਿਆਦਾ ਹੁੰਦੀਆਂ ਨੇ। ਕਿੰਜ ਵੇਖਦੇ ਹੋ? ਦੇਖੋ ਮੈਂ ਤਾਂ ਇੱਕ ਗੱਲ ਕਹੂੰਗਾ ਕਿ ਬੀਜੇਪੀ ਦੇ ਵਿੱਚ ਜਿੰਨੇ ਲੀਡਰ ਆ ਨਾ ਉਹਨੇ ਮੈਥਮੈਟੀਕਲ ਮਾਹਰ ਬਹੁਤ ਆ। ਬਿਲਕੁਲ। ਮੈਥ ਦੇ ਮਾਹਰ ਬਹੁਤ ਆ, ਅੰਕੜਿਆਂ ਦੇ ਮਾਹਰ ਬਹੁਤ ਆ। ਉਹ ਜੋੜ ਤੋੜ ਕਰਨਾ ਜਾਣਦੇ ਆ। ਰਣਨੀਤੀ ਘੜੇ ਬਹੁਤ ਹੈ ਉਹਨਾਂ ਕੋਲ। ਜੋੜ ਤੋੜ ਕਰਨ ਦਾ ਐਸਾ ਤਰੀਕਾ ਆ ਕਿ ਆਖਰੀ ਦਾ ਤੇ ਵੀ ਜਾ ਕੇ, ਆਖਰੀ ਟਾਈਮ ਤੇ ਵੀ ਜਾ ਕੇ ਇਹੋ ਜਿਹਾ ਦਾ ਖੇਲ ਜਾਂਦੇ ਪਤਾ ਨਹੀਂ ਲੱਗਦਾ। ਬੇਸ਼ੱਕ ਉਹ ਦਾ ਬਾਅਦ ਚ ਉਹਨਾਂ ਤੇ ਭਾਰੀ ਪੈ ਜਾਏ, ਉਹ ਵੱਖਰੀ ਗੱਲ ਆ। ਪਰ ਸ਼ੇਰਗਿਲ ਸਾਹਿਬ ਇੱਕ ਗੱਲ ਇਹ ਚ ਇਹ ਵੀ ਹੁੰਦੀ, ਜਿੱਦਾਂ ਕਾਂਗਰਸ ਦਾ ਕੋਈ ਬੰਦਾ ਪਾਰਟੀ ਛੱਡ ਜਾਂਦਾ ਜਾਂ ਕਿਸੇ ਦੀ ਟਿਕਟ ਕੱਟੀ ਗਈ, ਕਿਸੇ ਨੂੰ ਟਿਕਟ ਨਹੀਂ ਮਿਲੀ, ਜਿੱਦਾਂ ਉਹ ਬੰਦਾ ਰਿਐਕਟ ਕਰਦਾ ਹੈ, ਉਹ ਜਿੱਦਾਂ ਮੀਡੀਆ ਮੋਰੇ ਬੋਲਦਾ, ਜਿੱਦਾਂ ਬਾਗੀ ਸੁਰ ਦਿਖਾਉਂਦਾ ਹੈ, ਭਾਜਪਾ 'ਚ ਇਹ ਚੀਜ਼ ਬਹੁਤ ਘੱਟ ਹੁੰਦੀ ਹੈ। ਭਾਜਪਾ 'ਚ ਅਗਰ ਕਿਸੇ ਦੇ ਨਾਲ ਏਦਾਂ ਦੀ ਕੁਝ ਬੇਇਨਸਾਫੀ ਜੇ ਉਹ ਇਹ ਕਹਿੰਦੇ ਹੁੰਦੀ ਵੀ ਹੈ, ਹੁੰਦੀ ਆ, ਪਰ ਇੰਨੀਆਂ ਸੁਰਖੀਆਂ ਨਹੀਂ ਬਟੋਰਦੀਆਂ। ਨਹੀਂ ਹੁੰਦੀ ਆ, ਅੱਜ ਕੱਲ ਨਹੀਂ ਹੁੰਦੀ ਕਿਉਂਕਿ ਸੈਂਟਰ 'ਚ ਬੈਠੀ ਸਰਕਾਰ। ਬਿਲਕੁਲ। ਪਤਾ ਨਹੀਂ ਕਿਹੜੇ ਵੇਲੇ ਈਡੀ ਆ ਜਾਣੀ, ਪਤਾ ਨਹੀਂ ਕਿਹੜੇ ਵੇਲੇ ਸੀਬੀਆਈ ਆ ਜਾਣੀ, ਪਤਾ ਨਹੀਂ ਕਿਹੜੇ ਵੇਲੇ ਇਨਕਮ ਟੈਕਸ ਆ ਜਾਣੇ, ਤੇ ਇਹਨਾਂ ਨੇ ਮਰਨਾ ਇਹੋ ਜੀ ਗੱਲ ਕਿਸੇ ਖਿਲਾਫ ਬੋਲ ਕੇ। ਉਹ ਤਾਂ ਹੁਣ ਖੇਤਰੀ ਪਾਰਟੀਆਂ ਲਈ ਬੋਲਣਗੇ ਵੀ ਅਕਾਲੀ ਦਲ 'ਚ ਸਾਡਾ ਦਮ ਘੁੱਟ ਰਿਹਾ ਸੀ, ਆਮ ਆਦਮੀ ਪਾਰਟੀ 'ਚ ਦਮ ਘੁੱਟ ਰਿਹਾ ਸੀ, ਕਾਂਗਰਸ 'ਚ ਦਮ ਘੁੱਟ ਰਿਹਾ ਸੀ, ਬੀਜੇਪੀ 'ਚ ਕਿੱਦਾਂ ਬੋਲਣ? ਉਹ ਕਹਿੰਦੇ ਕੋਈ ਨਹੀਂ, ਦਮ ਜੇ ਪਹਿਲਾਂ ਨਹੀਂ ਘੁੱਟਦਾ ਹੁਣ ਤੈਨੂੰ ਘੁੱਟ ਕੇ ਦਿਖਾਲਦੇ ਆ। ਉਹ ਇਸ ਕਰਕੇ ਨਹੀਂ ਬੋਲਦੇ, ਭਾਵਨਾ ਉਹਨਾਂ ਦੀ ਉਹੀ ਹੁੰਦੀ ਹੈ। ਯੂਨਿਟੀ ਦਿਖਾਉਣ ਦੀ ਕੋਸ਼ਿਸ਼ ਭਾਜਪਾ ਦੇ ਵੱਲੋਂ ਪੰਜਾਬ 'ਚ ਲਗਾਤਾਰ ਕੀਤੀ ਜਾ ਰਹੀ ਹੈ। ਹੁਣ ਇੱਕ ਰਣਨੀਤੀ, ਇੱਕ ਜਾਲ ਵਿਛਾ ਦਿੱਤਾ ਹੈ ਭਾਜਪਾ ਨੇ। ਬਿਲਕੁਲ। ਕਹਿੰਦੇ ਸੀ ਕਿ ਇਹਨਾਂ ਦੇ ਕੋਲ ਤਾਂ 117 ਬੰਦੇ ਨਹੀਂ ਹੋਣੇ, ਪਰ ਇਹਨਾਂ ਨੇ 117 ਬੰਦੇ ਵੀ ਲੱਭ ਲਏ, ਧਾਕੜ ਬੰਦੇ ਵੀ, ਧੁਰੰਦਰ ਬੰਦੇ ਵੀ ਦੂਜੀਆਂ ਪਾਰਟੀਆਂ ਦੇ ਪੱਟ ਲਏ। ਫਤਿਹ ਜੰਗ ਬਾਜਵਾ ਹੋਏ, ਕੋਈ ਵੀ ਲੀਡਰ ਹੈ ਇਹਨਾਂ ਦੇ ਕੋਲ ਜਿਹੜਾ ਵੀ ਤਜਰਬੇਕਾਰ, ਤੇ ਤਜਰਬੇਕਾਰ ਲੀਡਰ ਦਾ ਪਾਰਟੀ 'ਚ ਅੱਜ ਨਾ ਵੱਡੀ ਤਾਕਤ ਹੁੰਦੀ ਹੈ। ਦੇਖੋ ਇੱਕ ਗੱਲ ਤਾਂ ਸਪਸ਼ਟ ਹੈ ਨਾ, ਜਿਹੜੀ ਵੀ ਪਾਰਟੀ
ਚੋਣ ਨਤੀਜਿਆਂ ਤੋਂ ਬਾਅਦ ਬਹੁਮਤ ਦੇ ਅੰਕੜੇ ਤੋਂ ਛੂਹਣ ਤੇ ਨੇੜੇ ਨਹੀਂ ਪਹੁੰਚੀ ਜਾਂ 5-6 ਸੀਟਾਂ ਤੱਕ ਦਾ ਫਰਕ ਰਹਿ ਗਿਆ, ਜ਼ਿਆਦਾ ਨਹੀਂ, 5-6 ਸੀਟਾਂ ਦੇ ਫਰਕ ਤੋਂ ਪਿੱਛੇ ਰਹਿ ਗਈ, ਤੇ ਫਿਰ ਉਹਦੇ ਵਿੱਚ ਲਾਜ਼ਮੀ ਆ ਵੀ ਬੀਜੇਪੀ ਦਾ ਰੋਲ ਬਹੁਤ ਵੱਡਾ ਹੋਊਗਾ। ਬਿਲਕੁਲ, ਬੇਸ਼ੱਕ ਉਹਦੇ ਕੋਲ 1 ਸੀਟ ਹੋਵੇ, ਚਾਹੇ ਹੋਵੇ 10 ਤੇ ਚਾਹੇ 5 ਹੋਣ, ਕਿਉਂਕਿ ਇੰਨਾ ਤਾਂ ਹੈ ਨਾ ਵੀ ਉਹ 2-3 ਸੀਟਾਂ ਜਾਂ 4-5 ਤਾਂ ਲਿਜਾਣਗੀਆਂ ਨਾ। ਮੈਂ 10 ਗਿਣਦਾ, 10 ਦੇ ਵਿੱਚੋਂ ਹੋ ਸਕਦਾ ਜਿਆਦੀਆਂ ਨਾ ਸੀ 5-7 ਤਾਂ ਲਿਜਾਣਗੇ। ਤੇ ਜੇ ਆਪਾਂ ਉਹਨੂੰ ਬਿਲਕੁਲ ਨਜ਼ਰਅੰਦਾਜ਼ ਕਰਕੇ ਦੇਖਦੇ ਆ ਤਾਂ ਉਹ ਵੀ ਗੱਲ ਨਹੀਂ, ਕਿਉਂਕਿ ਦਾਵਾ ਤਾਂ ਆਪਾਂ ਕਰ ਨਹੀਂ ਸਕਦੇ ਕਿਸੇ ਵੀ ਪਾਰਟੀ ਦਾ। ਜਿਵੇਂ ਕਹਿ ਰਹੇ 80 ਲਿਜਾਵਾਂਗੇ, 90 ਲਿਜਾਵਾਂਗੇ, ਉਹ ਦਾਵਾ ਨਹੀਂ ਕੀਤਾ ਜਾ ਸਕਦਾ। ਆਪਾਂ ਬੀਜੇਪੀ ਲਈ ਵੀ ਕਹਿ ਸਕਦੇ ਆ ਵੀ 10 ਤੱਕ ਪੋਸੀਬਲ ਆ, ਇਹਦੋਂ ਘੱਟ ਕੇ 3 ਰਹਿ ਜਾਣ, 5 ਰਹਿ ਜਾਣ, 6 ਰਹਿ ਜਾਣ, ਪਰ ਉਸ ਵੇਲੇ ਉਹ ਹਰਕਿਸ਼ਨ ਸਿੰਘ ਸੁਰਜੀਤ ਵਾਂਗੂ ਬਿਲਕੁਲ ਕਿੰਗ ਮੇਕਰ ਹੋਣਗੇ। ਉਹ ਜਿੰਨਾ ਚਿਰ ਉਹ ਜਿਉਂਦੇ ਰਹੇ ਨਾ, ਸੈਂਟਰ ਵਿੱਚ ਉਹ ਕਿੰਗ ਮੇਕਰ ਰਹੇ, ਪਰ ਸਰਕਾਰ ਦਾ ਹਿੱਸਾ ਨਹੀਂ, ਬਹੁਤ ਘੱਟ ਬਣੇ ਆ। ਨਾ ਹੀ ਉਹਨਾਂ ਨੇ ਕੋਈ ਅਹੁਦਾ ਐਸਾ ਕੋਈ ਦੂਜਾ ਕੈਬਨਿਟ ਦਾ ਕੋਈ ਅਹੁਦਾ ਲਿਆ ਸੀਗਾ, ਪਰ ਕਿੰਗ ਮੇਕਰ ਜ਼ਰੂਰ ਰਹੇ ਆ ਉਹ। ਤੇ ਇਸ ਮਾਮਲੇ 'ਚ ਵੀ ਪੰਜਾਬ 'ਚ ਮੈਂ ਇਹੀ ਕਹਿਣਾ ਵੀ ਜੇ ਕਿਸੇ ਦੀ 59 ਸੀਟਾਂ ਚਾਹੀਦੀਆਂ, ਜਿਹਦੀ ਕਿਤੇ ਗੱਡੀ 55 ਤੇ ਅੜ ਗਈ, 54 ਤੇ ਅੜ ਗਈ, ਈਵਨ 57 ਤੇ ਵੀ ਅੜ ਗਈ, ਤੇ ਫਿਰ ਦੋਵਾਂ ਦਾ ਜਿਹੜਾ ਕੰਮ ਨਾ ਉਹ ਫਿਰ ਬੀਜੇਪੀ ਨੇ ਕਰਨਾ। ਕਹਿੰਦਾ ਆਓ ਮੈਦਾਨ 'ਚ, ਫਿਰ ਸਰਕਾਰ ਭਾਜਪਾ ਦੀ, ਉਹ ਕਹਿੰਦਾ ਆਓ ਮੈਦਾਨ 'ਚ। ਫਿਰ ਇੱਧਰ ਇਹੀ ਰਣਨੀਤੀ ਉਹਨਾਂ ਨੇ ਬੰਗਾਲ 'ਚ ਵੀ ਕੀਤੀ ਸੀ। ਬੰਗਾਲ ਦੇ ਵਿੱਚ ਤੁਸੀਂ ਦੇਖੋ ਵੀ ਇਲੈਕਸ਼ਨਾਂ ਤੱਕ ਤ੍ਰਿਣਮੂਲ ਕਾਂਗਰਸ ਦੇ ਇੰਨੇ ਕੁ ਲੀਡਰ ਧੜਾ ਧੜ ਬੀਜੇਪੀ ਵੱਲ ਨੂੰ ਆ ਗਏ ਸੀਗੇ। ਬੇਸ਼ੱਕ ਉਹਨਾਂ ਨੂੰ ਡਰਾਵਾ ਦੇ ਕੇ ਲਿਆਂਦਾ ਸੀ, ਜਾਂ ਉਹ ਮਰਜ਼ੀ ਨਾਲ ਆਏ ਸੀਗੇ, ਜਾਂ ਉਹਨਾਂ ਨੂੰ ਲੱਗਦਾ ਸੀ ਕਿ ਬੀਜੇਪੀ ਦੀ ਹੁਣ ਲਹਿਰ ਚੱਲਦੀ ਪਈ ਤੇ ਸਾਡੀ ਕਿਤੇ ਬਾਰੀ ਆ ਜਾਣੀ, ਉਹ ਫਟਾਫਟ ਦੌੜ ਕੇ ਆ ਗਏ ਸੀ ਇੱਧਰ। ਉਹਨਾਂ ਦਾ ਉਹੀ ਰਣਨੀਤੀ ਸੀਗੀ ਵੀ ਜੇ ਇੱਧਰ ਆ ਗਏ ਇਹਨਾਂ ਨੂੰ ਚੋਣਾਂ ਲੜਾ ਦਿਓ, ਥੋੜਾ ਬਹੁਤ ਵੀ ਫਰਕ ਰਹਿ ਗਿਆ, ਫਰਕ ਬਹੁਤ ਪੈ ਗਿਆ ਉੱਥੇ, ਥੋੜਾ ਬਹੁਤ ਫਰਕ ਰਹਿ ਗਿਆ ਤੇ ਫਿਰ ਬੀਜੇਪੀ ਦੀ ਸਰਕਾਰ ਹੋਣੀ। ਉਹ ਲੀਡਰ ਮੁੜ ਕੇ ਹੱਥ ਧੋ ਕੇ ਵਾਪਸ ਫਿਰ ਆਪਣੀ ਪੁਰਾਣੀ ਪਾਰਟੀ 'ਚ ਚਲੇ ਗਏ। ਇਦਾਂ ਹੀ ਲੱਗਦਾ ਵੀ ਬੀਜੇਪੀ ਵਾਲੀ ਜਿਹੜੀ ਇੱਥੇ ਰੋਲ ਇਹੋ ਜਿਹਾ ਨਿਭਾਊਗੀ ਵੀ ਇੱਥੇ ਹੁਣ ਜਿਹੜੇ ਤਾਂ ਬੰਦੇ ਚਾਹੇ ਹੋਰ ਪਾਰਟੀਆਂ 'ਚੋਂ ਆਏ ਆ, ਆਪਣੇ ਅਸਰ ਰਸੂਖ ਨਾਲ, ਆਪਦੇ ਕਿਰਦਾਰ ਨਾਲ, ਆਪਦੇ ਜਿਹੜਾ ਉੱਥੇ ਕੋਈ ਕੰਮ ਕੀਤਾ ਹੋਊਗਾ ਉਹਦੇ ਬੇਸ ਤੇ ਜੇ ਉਹ ਜਿੱਤ ਗਏ ਤੇ ਫਿਰ ਗਿਣਤੀ ਬੀਜੇਪੀ 'ਚ ਆਊਗੀ। ਬਿਲਕੁਲ, ਉਹ ਰੋਲ ਜਿਹੜਾ ਨਿਭਾਇਆ ਜਾਊਗਾ ਨਾ, ਫਿਰ ਉੱਥੋਂ ਆਪਾਂ ਕਹਿ ਸਕਦੇ ਹਾਂ ਵੀ ਹਾਂ ਵੀ ਬੀਜੇਪੀ ਨਾਲ ਹੀ ਸਰਕਾਰ ਚੱਲਦੀ ਪਈ ਹੈ। ਬਿਲਕੁਲ। ਸੋ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਦੋ ਜ਼ਰੂਰੀ ਖਬਰਾਂ ਲੈ ਲੈਂਦੇ ਹਾਂ ਸ਼ਰਗਿਲ ਸਾਹਿਬ। ਇੱਕ ਗੱਲ, ਸੰਯੁਕਤ ਕਿਸਾਨ ਮੋਰਚੇ ਦੀ ਰਜਿਸਟ੍ਰੇਸ਼ਨ ਨਹੀਂ ਹੋ ਰਹੇ, ਆਜ਼ਾਦ ਉਮੀਦਵਾਰਾਂ ਦੀ ਤਰ੍ਹਾਂ ਲੜਨਗੇ। ਕਿਸਾਨੀ ਸੰਘਰਸ਼ ਤੋਂ ਬਾਅਦ ਲੱਗਦਾ ਸੀ ਕਿ ਇੱਕ ਪੈਰ ਇੱਕ ਜੜ ਬਣ ਜਾਏਗੀ, ਹੋ ਸਕਦਾ ਕਿ ਇਸ ਵਿੱਚ ਸਰਕਾਰ ਨਾ ਬਣਾ ਸਕਣ ਇਹਨਾਂ ਚੋਣਾਂ ਦੇ ਵਿੱਚ, ਅਗਲੀ ਵਾਰ ਤੱਕ ਇੰਨੀਆਂ ਜੜ੍ਹਾਂ ਬਣਾ ਲੈਣ, ਪਰ ਜਿਸ ਤਰ੍ਹਾਂ ਦੀ ਇਹਨਾਂ ਦੀ ਸ਼ੁਰੂਆਤ ਹੋ ਰਹੀ ਹੈ, ਕੀ ਭਵਿੱਖ ਦੇਖਦੇ ਹੋ? ਨਹੀਂ, ਇਹਦੇ ਵਿੱਚ ਸਟਾਰਟਿੰਗ ਪੁਆਇੰਟ ਤੇ ਆਪਾਂ ਕਈ ਵਾਰੀ ਜ਼ਿਕਰ ਕੀਤਾ ਸੀਗਾ ਵੀ ਇਹਨਾਂ ਨੂੰ ਇਹ ਸਿਆਸਤ ਵਿੱਚ ਆਉਣ 'ਚ ਕਾਹਲੀ ਕਰ ਲਈ। ਪਤਾ ਨਹੀਂ ਜਿਵੇਂ ਹੁੰਦਾ ਨਾ ਵੀ ਆਮ ਜਿਹੜੇ ਲੀਡਰ ਜਿਹੜੇ ਪੁਰਾਣੇ ਆ ਉਹ ਤਾਂ ਕਹਿਣ ਪਹਿਲਾਂ ਵੀ ਸੀਐਮ ਦਾ ਅਗਲਾ ਮੈਂ ਹੀ ਆ। ਉਹ ਜਿਹੜੀ ਸੀਐਮ ਵਾਲੀ ਫੀਲਿੰਗ ਸੀ ਨਾ, ਉਹ ਇਹਨਾਂ ਦੇ ਆਗੂਆਂ ਦੇ, ਮੈਂ ਸਾਰੇ ਕਿਸਾਨਾਂ 'ਚ ਨਹੀਂ ਕਹਿ ਰਿਹਾ, ਕਿਸਾਨ ਬੰਦੇ ਉਹੀ ਆ ਜਾਂਦੀ ਨਾ ਗੱਲ ਵੀ ਕਿਸਾਨ ਜਿਹੜਾ ਵਰਗ ਕਿਸਾਨ ਹੀ ਆ। ਜਿਹੜੇ ਆਗੂ ਮੋਹਰੇ ਸੀ ਨਾ, ਉਹਨਾਂ ਦੇ ਵੀ ਫੀਲਿੰਗ ਆ ਗਈ ਸੀ ਵੀ ਐਡਾ ਵੱਡਾ ਇਕੱਠ, ਇੰਨਾ ਵੱਡਾ ਅੰਦੋਲਨ, ਉਹ ਕਿਸਾਨਾਂ ਪਿੱਛੇ 1.5 ਸਾਲ 1.25 ਸਾਲ ਚਲਾ ਲਿਆ, ਸਰਕਾਰ ਜਿਹੜੀ ਕਿਸੇ ਤੋਂ ਝੁਕੀ ਨਹੀਂ ਉਹ ਝੁਕਾ ਲਈ, ਕਿਸਾਨ ਆਗੂਆਂ ਮੀਡੀਆ ਜਿਹੜਾ ਕਿਸੇ ਮੋਰੇ ਝੁਕਦਾ ਨਹੀਂ ਸੀ ਉਹ ਝੁਕਾ ਲਿਆ, ਦੁਨੀਆ ਝੁਕਾ ਲਈ ਅਸੀਂ, ਤਾਂ ਅਸੀਂ ਤਾਂ ਲੀਡਰ ਬਣੇ ਪਏ ਆ। ਤਾਂ ਸੀਐਮ ਵਾਲੀ ਫੀਲਿੰਗ ਆ ਜਾਂਦੀ ਹੈ। ਉਸੇ ਫੀਲਿੰਗ ਨੂੰ ਲੈ ਕੇ ਮੈਦਾਨ 'ਚ ਉਤਰ ਗਏ। ਹੁਣ ਬੇਸ਼ੱਕ ਉਹਨਾਂ ਨੂੰ ਜਿਹੜੀ ਰਜਿਸਟ੍ਰੇਸ਼ਨ ਅੱਜ ਦਾ ਦਿਨ ਸੀਗਾ ਨਹੀਂ ਮਿਲੀ, ਵੱਖਰੀ ਗੱਲ ਆ, ਹੋਰ ਵੀ ਕੁਝ ਅੱਗੇ ਪਤਾ ਨਹੀਂ ਮਿਲਦੀ ਕਿ ਨਹੀਂ ਮਿਲਦੀ, ਪਰ ਚੋਣ ਕਮਿਸ਼ਨ ਨੇ ਅੱਜ ਦੀ ਡੇਟ 'ਚ ਉਹਨਾਂ ਨੂੰ ਰਜਿਸਟ੍ਰੇਸ਼ਨ ਹੋਣ ਤੋਂ, ਕਿਉਂਕਿ ਇਹ ਪਾਰਟੀ ਦੀ ਬਣਨ ਤੋਂ ਕੁਝ ਟਾਈਮ ਹੁੰਦਾ, 2 ਮਹੀਨੇ ਜਾਂ 3 ਮਹੀਨੇ ਦੇ। ਕੈਪਟਨ ਚੰਗਾ ਰਹਿ ਗਿਆ ਸੀ, ਉਹ ਉਦੋਂ ਹੀ ਸਤੰਬਰ 'ਚ ਹੀ ਉਹ ਪਾਰਟੀ ਬਣਾ ਕੇ ਤੇ ਉਹਨੇ ਉਦੋਂ ਹੀ ਰਜਿਸਟ੍ਰੇਸ਼ਨ ਵਾਸਤੇ ਪਾਤਾ ਸੀ, ਉਹਨੂੰ ਰਜਿਸਟ੍ਰੇਸ਼ਨ ਹੋ ਗਈ। ਹੁਣ ਕਿਸਾਨਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ, ਹੁਣ ਹੋਣਾ ਕੀ ਆ, ਸਾਵੇਂ ਤਾਂ ਇੱਕ ਚੋਣ ਨਿਸ਼ਾਨ ਮਿਲਣਾ ਸੀ ਪੂਰੀ ਪਾਰਟੀ ਨੂੰ, ਉਹਨਾਂ ਚੋਣ ਨਿਸ਼ਾਨ ਦੇ ਉੱਤੇ ਹੀ ਲੜਨਾ ਸੀਗਾ, ਤਾਂ ਸਾਰੇ ਪੰਜਾਬ 'ਚ ਪਤਾ ਹੋਣਾ ਸੀਗਾ ਵੀ ਆਹ ਨਿਸ਼ਾਨ ਜਿਹੜਾ ਆ ਕਿਸਾਨਾਂ ਦਾ ਆ। ਹੁਣ ਜਿੱਥੇ ਕਿਤੇ ਵੀ ਕਿਸਾਨਾਂ ਦੇ ਸੰਯੁਕਤ ਸਮਾਜ ਮੋਰਚੇ ਦੇ ਬੰਦੇ ਖੜੇ ਆ, ਕੈਂਡੀਡੇਟ ਖੜੇ ਆ, ਉਹਨਾਂ ਨੂੰ ਵੱਖਰਾ ਵੱਖਰਾ ਚੋਣ ਚਿੰਨ੍ਹ ਮਿਲੂਗਾ ਜਿਹੜਾ ਕਿ ਲੋਕਾਂ ਦੇ ਵਿੱਚ ਦੁਚਿੱਤੀ ਪੈਦਾ ਕਰੂਗਾ, ਭਾਈ ਕਿਸਾਨ ਕਿਹੜਾ ਤੇ ਇਹਦੇ ਵਿੱਚ ਤੇ ਕਿਸਾਨ ਕਿਹੜਾ ਨਹੀਂ ਆ। ਉਹਦੇ ਵਿੱਚ ਇਹਨਾਂ ਦੀ ਇੱਕ ਰਣਨੀਤੀ ਸਟਾਰਟਿੰਗ ਪੁਆਇੰਟ ਤੇ ਆ ਕੇ ਇੱਥੇ ਫੇਲ ਹੋ ਗਈ। ਦੂਸਰੀ ਗੱਲ ਤਾਂ ਕਈ ਵਾਰੀ ਆਪਾਂ ਕੀਤੀ ਆ ਕਿ ਖੁਦਾ ਨਾ ਖਾਸਤਾ ਜੇ ਕਿਤੇ ਇਹਨਾਂ ਨੂੰ ਇੱਕ ਅੱਧੀ ਸੀਟ ਵੀ ਨਾ ਮਿਲੀ ਤਾਂ ਫਿਰ ਇਹਨਾਂ ਦਾ ਜਿਹੜਾ ਆ ਉਹ ਇੰਪ੍ਰੈਸ਼ਨ ਆ, ਉਹ ਪ੍ਰਭਾਵ ਆ, ਉਹ ਸਿਆਸਤ ਵੱਲ ਨੂੰ ਜ਼ਿਆਦਾ ਜਾਊਗਾ। ਵੀ ਅਸੀਂ ਤੁਹਾਨੂੰ ਪਹਿਲਾਂ ਹੀ ਕਹਿੰਦੇ ਸੀਗੇ ਵੀ ਇਹ ਅੰਦੋਲਨ ਜਿਹੜਾ ਸਿਆਸਤ ਤੋਂ ਪ੍ਰੇਰਿਤ ਆ, ਤੁਹਾਡੇ ਸਾਹਮਣੇ ਦੇਖ ਲਓ। ਬਿਲਕੁਲ ਸ਼ਰਗਿਲ ਸਾਹਿਬ, ਕਿਸਾਨ ਆਗੂਆਂ ਦੇ ਪਿੱਛੇ ਕੱਟ ਸੀ, ਅੱਜ ਕਿਸਾਨ ਆਗੂ ਇੱਕ ਵਾਰ ਕਿਸਾਨੀ ਜਾਂ ਕਿਸਾਨ ਦੇ ਮਸਲੇ ਨੂੰ ਲੈ ਕੇ ਅੱਜ ਫਿਰ ਕਿਤੇ ਸੱਦਾ ਦੇ ਦੇਣ ਤੇ ਉਹਨਾਂ ਦੇ ਮਗਰ ਲੱਖਾਂ ਦਾ ਕੱਟ ਨਹੀਂ, ਉਹਨਾਂ ਨੂੰ ਤਾਂ ਪਹਿਲਾਂ ਕੱਢੇ ਦਿੱਤਾ ਉੱਥੋਂ,
ਬਿਲਕੁਲ ਸਿੰਘੂ ਬਾਰਡਰ ਵਾਲੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋਂ ਸੰਯੁਕਤ ਸਮਾਜ ਮੋਰਚਾ ਕੱਢੇ ਦਿੱਤਾ। ਬਿਲਕੁਲ ਕੱਢਿਆ ਕਦੋਂ ਤੱਕ ਆ ਕਿ 10 ਮਾਰਚ ਤੱਕ। ਤੇ ਬਾਅਦ ਚ ਕੀ ਪਤਾ ਸ਼ਾਮਲ ਹੋਣਾ ਕਿ ਨਹੀਂ ਹੋਣਾ। ਜਿਸ ਹਿਸਾਬ ਨਾਲ ਇਹਨਾਂ ਦਾ ਜੇ ਕੋਈ ਹਸ਼ਰ ਇਦਾਂ ਦਾ ਹੋ ਗਿਆ ਤੇ ਕਿਸਾਨ ਮੋਰਚਾ ਜਿਹੜਾ ਚੱਲਣ ਡਿਆ ਅੱਜ ਵੀ ਬਲਦੇਵ ਸਿੰਘ ਸਿਰਸਾ ਹੋਣਾ ਨੇ ਬੜੇ ਪਾਜ ਇਹਨਾਂ ਦੇ ਖੋਲੇ ਆ ਵੀ ਇਹ ਆਗੂ ਜਿਹੜੇ ਇੰਨੇ ਕਾਹਲੀ ਦੇ ਵਿੱਚ ਸਿਆਸਤ 'ਚ ਆ ਗਏ, ਇਹ ਸਾਰਿਆਂ ਲਈ ਇੱਕ ਕਿਸਮ ਦਾ ਨਮੋਸ਼ੀ ਵਾਲਾ ਕਾਰਨ ਨਾ ਬਣ ਜਾਣ ਕਿਤੇ। ਡੱਲੇਵਾਲ ਹੁਣੀ ਵੀ ਇਦਾਂ ਕਹਿੰਦੇ ਹੁੰਦੇ ਸੀਗੇ, ਦਰਸ਼ਨਪਾਲ ਵੀ ਐਂ ਕਹਿੰਦੇ ਸੀਗੇ। ਉਹ ਸਾਰੀ ਨਮੋਸ਼ੀ ਜਿਹੜੀ ਆ ਉਹ ਮੋਰਚੇ ਤੇ ਹੀ ਜਾਣੀ ਆ, ਪਰ ਇਹਨਾਂ ਨੇ ਉਸ ਗੱਲ ਨੂੰ ਸੋਚਿਆ ਨਹੀਂ। ਇਹਨਾਂ ਨੇ ਦੇਖਿਆ ਵੀ ਹਾਂ ਵੀ ਪਤਾ ਨਹੀਂ ਅਸੀਂ ਕੀ ਮੋਰਚਾ ਮਾਰ ਲੈਣਾ, ਜਿਹੜੇ 70 ਸਾਲਾਂ ਤੋਂ ਉਹਨਾਂ ਤੋਂ ਨਹੀਂ ਵੱਜਾ ਮੋਰਚਾ ਸਿਆਸਤ 'ਚ ਆ ਕੇ, ਉਹ ਅਸੀਂ ਮਾਰ ਲੈਣਾ। ਬਿਲਕੁਲ ਸ਼ੇਰਗਿੱਲ ਸਾਹਿਬ, ਇਹਨੂੰ ਸਿੱਧੇ ਢੰਗ ਨਾਲ ਤੁਸੀਂ ਵਾਰ-ਵਾਰ ਦੁਹਰਾਇਆ ਕਿ ਇਹਨਾਂ ਨੇ ਕਾਲੀ ਕਰ ਲਈ। ਇਹਨੂੰ ਕਾਲੀ ਕਵਾਂਗੇ ਜਾਂ ਫੂਕ ਵੀ ਕਹਿ ਦਈਏ? ਲੋਕ ਫੂਕ ਵੀ ਬੜੀ ਸ਼ਿਕਾਇਤ ਇਨਡਾਇਰੈਕਟਲੀ ਤੁਸੀਂ ਸਿੱਧੀ ਕਹਿਤਾ, ਮੈਂ ਇਨਡਾਇਰੈਕਟਲੀ ਕਿਹਾ ਨਾ। ਉਹ ਫੀਲਿੰਗ ਜਿਹੜੀ ਸੀਐਮ ਵਾਲੀ ਉਹ ਫੂਕ ਵਾਲਾ ਕੰਮ ਕਰਦੀ ਆ। ਕਿਸੇ ਨੇ ਫੋਨ ਦੇ ਉੱਪਰ ਫੂਕ ਛਕਾ ਦਿੱਤੀ, ਕਿਸੇ ਨੇ ਆ ਕਰ ਦਿੱਤਾ, ਕਿਉਂਕਿ ਕਿਸੇ ਵੀ ਚੀਜ਼ ਨੂੰ ਕਰਨ ਦੇ ਲਈ ਇੱਕ ਸਿਸਟਮ ਦੀ ਜੜਾ ਬਣਾਉਣ ਦੀ ਇੱਕ ਚੀਜ਼ ਪੂਰਾ ਪਲੈਨਿੰਗ ਦੀ ਲੋੜ ਹੁੰਦੀ ਹੈ। ਪਰ ਜੇਕਰ ਤੁਸੀਂ ਕਹੋ ਅਸੀਂ ਮੌਕੇ ਦਾ ਫਾਇਦਾ ਚੁੱਕ ਕੇ ਚੌਕਾ ਮਾਰ ਲਈਏ ਤੇ ਉਹ ਥੋੜਾ ਜਿਹਾ ਔਖਾ ਹੋ ਜਾਂਦਾ। ਇਹਦੇ ਤੇ ਫਿਰ ਸਵਾਲ ਇਹ ਵੀ ਉੱਠਦਾ ਨਾ, ਹੋ ਸਕਦਾ ਬੀਜੇਪੀ ਨੇ ਆਪਣਾ ਲਾਹਾ ਲੈਣ ਲਈ ਫਟਾਫਟ ਕਾਨੂੰਨ ਵਾਪਸ ਲੈ ਲਏ। ਬਿਲਕੁਲ ਸਵਾ ਸਾਲ ਕਿਉਂ ਹੋਇਆ ਫਾਇਦਾ ਉਹਨਾਂ ਨੂੰ ਇਸ ਚੀਜ਼ ਦਾ? ਸਵਾ ਸਾਲ ਕਿਉਂ ਨਗਾਇਆ ਉਹਨਾਂ ਨੇ? ਐਨ ਚੋਣਾਂ ਦੇ ਆਉਣ ਤੋਂ ਪਹਿਲਾਂ ਕਿਉਂ ਲਏ ਵਾਪਸ ਕਾਨੂੰਨ? ਇਹ ਵੀ ਇੱਕ ਗੱਲ ਬਣਦੀ ਆ। ਤੇ ਕਿਸਾਨ ਕਿਉਂ ਨਹੀਂ ਸਮਝੇ ਇਸ ਗੱਲ ਨੂੰ? ਕਿਸਾਨੀ ਸੰਘਰਸ਼ ਦਾ ਬੀਜੇਪੀ ਨੂੰ ਫਾਇਦਾ ਹੋਇਆ। ਮੈਂ ਉਹੀ ਕਹਿੰਦਾ ਵੀ ਕਿਸਾਨ ਇਸ ਗੱਲ ਨੂੰ ਕਿਉਂ ਨਹੀਂ ਸਮਝੇ ਵੀ ਜਿਹੜੇ ਸਵਾ ਸਾਲ ਤੋਂ ਅੜੀ ਬੈਠੀ ਸੀ ਸਰਕਾਰ, ਉਹ ਇਲੈਕਸ਼ਨ ਦੇ ਨੇੜੇ ਆ ਕੇ ਬਿਲਕੁਲ ਤੁਹਾਨੂੰ ਇੱਕ ਚੋਗਾ ਜਿਹਾ ਪਾ ਕੇ ਲੈ ਵੀ ਕਾਨੂੰਨ ਵਾਪਸ ਕਰ ਲਏ। ਤੁਸੀਂ ਉਹਨਾਂ ਦੀ ਰਣਨੀਤੀ ਤੇ ਸਮਝੋ ਬੀਜੇਪੀ ਦੀ ਜਾਂ ਸਰਕਾਰ ਦੀ, ਉਹ ਸਮਝੇ ਨਹੀਂ। ਇਹ ਜੇ ਜਿੱਦਣ ਕਾਨੂੰਨ ਵਾਪਸ ਲੈ ਲਏ ਉਦਣ ਤੋਂ ਹੀ ਇਹਨਾਂ ਦਾ ਇੱਕ ਇਰਾਦਾ ਬਣ ਗਿਆ ਸੀ ਲੈ ਵੀ ਹੁਣ ਵਾਪਸ ਮੁੜੀਏ। ਪਰ ਉੱਥੇ ਪੇਚ ਫਸ ਗਿਆ ਸੀ ਐਮਐਸਪੀ ਦਾ। ਉੱਥੇ ਟਕੈਤ ਸਾਹਿਬ ਅੜ ਗਏ ਸੀਗੇ ਵੀ ਨਹੀਂ ਬਈ ਇਹ ਆਉਣਾ ਨਹੀਂ। ਦੂਜੇ ਜਿਹੜੀ ਨੌਜਵਾਨ ਵਰਗ ਸੀਗਾ ਉਹ ਕਹਿੰਦੇ ਜਾ ਕੇ ਦੇਖਣ ਕਿੱਦਾਂ ਜਾਂਦੇ ਆ। ਜਿੰਨਾ ਚਿਰ ਇਹ 3-4 ਮਸਲੇ ਹੋਰ ਹੱਲ ਨਹੀਂ ਹੁੰਦੇ ਨਹੀਂ ਜਾਵਾਂਗੇ। ਫਿਰ ਐਮਐਸਪੀ ਦੀ ਕਮੇਟੀ ਵੀ ਬਣਾਤੀ। ਹੁਣ ਕੀ ਹੋਇਆ? ਹੁਣ ਸਰਕਾਰ ਨੂੰ ਜੋ ਮਰਜ਼ੀ ਕਹਿ ਲੈਣ ਉਹ ਕਹੇ ਲੱਗਦੇ ਆ। ਐਮਐਸਪੀ ਦੀ ਜਿਹੜੇ ਉਹ ਮੈਂਬਰ ਬਣਾਉਣੇ ਸੀਗੇ ਇਹਨਾਂ ਨੇ ਤਾਂ ਆਪਣੇ ਵੱਲੋਂ ਭੇਜਤੇ, ਹਜੇ ਤੱਕ ਕਮੇਟੀ ਨਹੀਂ ਬਣੀ। ਬਿਲਕੁਲ ਕਮੇਟੀ ਨਹੀਂ ਬਣੀ ਉਹਨਾਂ ਦੀ, ਤੇ ਜੇ ਕਮੇਟੀ ਨਹੀਂ ਬਣੀ ਤਾਂ ਐਮਐਸਪੀ ਦੀ ਗੱਲ ਕਿੱਥੋਂ ਤੁਰਨੀ ਕਹਾਂ? ਬਿਲਕੁਲ ਡਗਰ ਬਹੁਤ ਔਖੀ ਹੈ ਕਿਸਾਨ ਆਗੂਆਂ ਦੇ ਲਈ ਜੋ ਸਿਆਸਤ ਵਿੱਚ ਉਤਰ ਚੁੱਕੇ ਨੇ। ਜਿਵੇਂ ਸ਼ੇਰਗਿੱਲ ਸਾਹਿਬ ਨੇ ਵੀ ਕਿਹਾ ਕਿ ਜਿੱਤ ਜਾਂ ਹਾਰ ਰਿਜ਼ਲਟ ਨਤੀਜਾ ਜੋ ਕਿਸਾਨੀ ਸੰਘਰਸ਼ ਦੇ ਜੋ ਸੰਯੁਕਤ ਮੋਰਚੇ ਹੈ ਉਸ ਦੇ ਨਾਮ ਜਾਏਗਾ। ਇਸ ਦੇ ਵਿੱਚ ਆਖਰੀ ਸਵਾਲ ਤੇ ਆਖਰੀ ਖਬਰ, ਅੱਜ ਭਾਰਤ ਦਾ ਬਜਟ ਪੇਸ਼ ਹੋ ਰਿਹਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਪੇਸ਼ ਕਰ ਰਹੇ ਨੇ, ਕਿਉਂਕਿ 5 ਰਾਜਾਂ 'ਚ ਚੋਣਾਂ ਨੇ। ਕਿਤੇ ਨਾ ਕਿਤੇ ਭਾਜਪਾ ਦੀ ਕੋਸ਼ਿਸ਼ ਹੋਏਗੀ ਕਿ ਅਜਿਹਾ ਕੁਝ ਕੀਤਾ ਜਾਵੇ ਕਿ 5 ਰਾਜਾਂ 'ਚ ਜ਼ਿਆਦਾ ਪ੍ਰਭਾਵ ਜਾਵੇ ਤੇ ਵੋਟਾਂ ਦੇ ਵਿੱਚ ਉੱਦਾਂ ਤਾਂ ਹੁਣ ਐਲਾਨ ਹੋ ਨਹੀਂ ਸਕਦੇ, ਉੱਦਾਂ ਤਾਂ ਲੋਲੀਪੋਪ ਨਹੀਂ ਦੇ ਸਕਦੇ ਹੁਣ ਕਿਉਂਕਿ ਚੋਣ ਜਾਬਤਾ ਲੱਗਿਆ ਹੋਇਆ। ਚਲੋ ਬਜਟ ਦੇ ਜ਼ਰੀਏ ਹੀ ਲੋਲੀਪੋਪ ਦੇ ਦਿੱਤਾ ਜਾਵੇ। ਲੱਗਦਾ ਹੈ ਕਿ ਲੋਕਾਂ ਨੂੰ ਇਹਨਾਂ 5 ਰਾਜਾਂ ਦੇ ਵਿੱਚ ਚੋਣਾਂ ਦੇ ਦੌਰਾਨ ਕੋਈ ਲੋਲੀਪੋਪ ਜਾਂ ਕੋਈ ਇਦਾਂ ਦੀ ਰਾਹਤ ਮਿਲ ਸਕਦੀ ਹੈ? ਦੇਖੋ, ਜਦੋਂ ਬਜਟ ਇਲੈਕਸ਼ਨਾਂ ਦੇ ਨੇੜੇ ਆਵੇ ਤਾਂ ਸਰਕਾਰ ਦੀ ਕੋਸ਼ਿਸ਼ ਹੁੰਦੀ ਆ ਵੀ ਉਹਨੂੰ ਚੋਣ ਮੁਖੀ ਹੀ ਬਣਾਇਆ ਜਾਵੇ। ਤੇ ਖਾਸ ਕਰ ਕੱਲਾ ਪੰਜਾਬ ਨਹੀਂ, ਸੈਂਟਰ ਸਰਕਾਰ ਦੇ ਵਿੱਚ ਜਿਹੜੀ ਵੱਡੀ ਗੱਲ ਦਿਮਾਗ 'ਚ ਆ ਉਹ ਯੂਪੀ ਨੂੰ ਲੈ ਕੇ। ਯੂਪੀ ਹੈ ਬਿਲਕੁਲ। ਯੂਪੀ ਦੇ ਵਿੱਚ ਉਹਨਾਂ ਦਾ ਪੂਰਾ ਜ਼ੋਰ ਲੱਗਾ ਹੋਇਆ ਤੇ ਉਹਨੂੰ ਲੈ ਕੇ ਹੀ ਮੁੱਖ ਰੱਖ ਕੇ ਹੀ ਇਹਨਾਂ ਨੇ ਬਜਟ ਤਿਆਰ ਕੀਤਾ ਹੋਣਾ। ਚੱਲਦੀ ਪਈ ਆ, ਸੀਤਾਰਮਨ ਭਾਸ਼ਣ ਚੱਲ ਰਿਹਾ। ਕੀ ਛੋੜ ਦੇ ਰਹੇ? ਸਲੈਬ ਦੇ ਵਿੱਚ ਵੀ ਆਸ ਆ, ਇਨਕਮ ਟੈਕਸ ਦੇ ਵਿੱਚ ਕੁਝ ਵਾਧਾ ਕਰ ਦੇਣ। 5 ਲੱਖ ਤੱਕ ਕੀਤੀ ਸੀਗੀ, ਹੋਰ ਵਾਧਾ ਕਰ ਦੇਣ। ਗੱਡੀਆਂ ਚਲਾਉਣ ਦੀ ਵੀ ਗੱਲ ਕੀਤੀ ਆ ਵੀ 400 ਵੰਦੇ ਭਾਰਤ ਟ੍ਰੇਨਾਂ ਚਲਾਵਾਂਗੇ ਅਗਲੇ 3 ਸਾਲਾਂ ਦੇ ਵਿੱਚ। ਸਭ ਤੋਂ ਵੱਡੀ ਗੱਲ ਹੈ ਵੀ ਕਹਿੰਦੇ ਕਿਸਾਨਾਂ ਲਈ ਬਹੁਤ ਵੱਡਾ ਐਲਾਨ ਹੋਣੇ ਆ। ਉਹ ਕੀ ਹੋਣੇ ਆ ਉਹ ਹੌਲੀ ਹੌਲੀ ਪਤਾ ਲੱਗ ਜਾਊਗਾ। ਨਵੇਂ ਬਿੱਲ ਨਾ ਆ ਜਾਣ। ਇਹ ਗੱਲ ਤਾਂ ਉੱਥੇ ਆ ਗਈ ਨਾ। ਉਹ ਕਹਿੰਦੇ ਭਾਈ ਹੁਣ ਬਜਟ ਦੇ ਵਿੱਚ ਹੀ ਕਰ ਦਿਓ, ਦੇਖੀ ਜਾਊ। ਪਰ ਇਸ ਵੇਲੇ ਉਹ ਖਤਰਾ ਮੁੱਲ ਨਹੀਂ ਲਊਗੀ ਬੀਜੇਪੀ ਨੂੰ ਪਤਾ। ਹੁਣੇ ਤਾਂ ਆਪਾਂ ਸਰਕਾਰ ਬਣਾ ਕੇ ਹਟੇ ਬੀਜੇਪੀ ਦੀ, ਤੇ ਜੇ ਹੁਣ ਉਹਨੇ ਬਿੱਲ ਲਿਆਉਣੇ ਤਾਂ ਸਰਕਾਰ ਕਿੱਦਾਂ ਬਣੂਗੀ? ਪਰ ਆਹ ਗੱਲ ਠੀਕ ਨਹੀਂ। ਬਿਲਕੁਲ ਮਜ਼ਾਕ ਸੀ ਇਹ। ਨਹੀਂ, ਉਹਦੇ ਗੱਲ ਇਹਦੇ ਵਿੱਚ ਇਹ ਹੋ ਸਕਦਾ ਵੀ ਰੋਜ਼ਗਾਰਾਂ ਲਈ, ਰੋਜ਼ਗਾਰ ਵਾਸਤੇ ਤੇ ਗਰੀਬਾਂ ਲਈ ਕੁਝ ਐਲਾਨ ਹੋ ਸਕਦੇ ਆ। ਨੈਸ਼ਨਲ ਹਾਈਵੇ ਨੈਟਵਰਕ ਜਿਹੜਾ ਉਹ 25,000 ਕਿਲੋਮੀਟਰ ਤੱਕ ਵਧਾਇਆ ਜਾਊਗਾ। ਤੇ ਇਸ ਤੋਂ ਬਾਅਦ ਜਿਹੜਾ MSME ਆ ਉਹਦੇ ਲਈ ਵੀ ਉਹਨਾਂ ਨੇ 6,000 ਕਰੋੜ ਦਿੱਤੇ ਜਾਣਗੇ, ਉਹਦੇ ਲਈ ਉਹ ਰੱਖੇ ਗਏ ਆ। ਤੇ ਹੋਰ ਵੀ ਕਈ ਹੈਗੇ ਆ, ਜਿਵੇਂ ਮੰਨ ਲਓ ਪੇ ਆ 400 ਟ੍ਰੇਨਾਂ ਦੀ ਗੱਲ ਮੈਂ ਕੀਤੀ ਆ। ਤੇ ਜ਼ਿਆਦਾਤਰ ਇਹਨਾਂ ਨੇ ਫੋਕਸ ਦੇਣਾ ਕਿਸਾਨਾਂ ਤੇ। ਤੇ ਜਿਹੜੀ ਚੀਜ਼ ਇਹਨਾਂ ਤੋਂ ਵਿਰੋਧ ਹੋ ਰਿਹਾ ਸੀ ਜਾਂ ਇਹਨਾਂ ਨੂੰ ਲੱਗਦਾ ਸੀ ਵੀ ਕਿਤੇ ਰਹਿ ਗਈ ਆ, ਤੇ ਆਹ ਜਿਹੜਾ ਯੂਪੀ ਵਾਲੀ ਚੋਣ ਆਪਾਂ ਜਿੱਤ ਲਈਏ ਕਿਸੇ ਤਰ੍ਹਾਂ, ਅਗਲੇ ਸਾਲ ਨੂੰ ਫਿਰ ਦੇਖਾਂਗੇ, ਉਹਦੇ ਲਈ ਇਹਨਾਂ ਨੇ ਰੋਜ਼ਗਾਰ ਔਰ ਗਰੀਬੀ ਨੂੰ ਮੁੱਖ ਰੱਖਿਆ ਗਿਆ ਆ। ਤੇ ਇਹਦੇ ਵਿੱਚ ਇਹਨਾਂ ਨੇ ਇੱਕ ਨਵਾਂ ਸ਼ੁਰੂ ਕਰਨਾ ਜਿਹੜਾ ਨਾ ਪਾਸਪੋਰਟ, ਚਿਪ ਵਾਲਾ ਤਾਂ ਪਾਸਪੋਰਟ, ਉਹ ਕੋਈ ਨਵੀਂ ਚੀਜ਼ ਕਰ ਰਹੇ ਆ। ਤੇ ਇਹ ਤੋਂ ਇਲਾਵਾ ਦੇਖੋ ਰੋਜ਼ਗਾਰ ਦੀ ਗੱਲ ਫੇਰ ਕਰ ਦਿੱਤੀ ਉਹਨਾਂ ਨੇ। ਉਹ ਕਹਿੰਦੇ ਵੀ ਗਰੀਬਾਂ ਲਈ 80 ਲੱਖ ਘਰ, ਗਰੀਬ ਘਟ ਗਏ।
ਗਿਣਤੀ ਘਟਾਤੀ 80 ਲੱਖ ਤੇ ਰਹਿ ਗਏ। ਅੱਛਾ, ਫਿਰ ਨੌਜਵਾਨਾਂ ਲਈ 60 ਲੱਖ ਰੋਜ਼ਗਾਰ। ਦੇਖੋ ਉਦੋਂ ਜਦੋਂ 2014 ਚ ਆਏ ਸੀ ਮੇਰੇ ਖਿਆਲ ਇਹ ਕਹਿੰਦੇ ਸੀਗੇ ਵੀ ਅਸੀਂ ਹਰ ਸਾਲ 2 ਕਰੋੜ ਨੌਕਰੀਆਂ ਦੇਵਾਂਗੇ। ਬਿਲਕੁਲ 14 ਤੋਂ ਲੈ ਕੇ 2022 ਤੱਕ ਆਪਾਂ ਗਿਣਤੀ ਦੇਖੀਏ ਤੇ ਨੌਜਵਾਨ ਵਰਗ ਕਿੰਨਾ ਕੁ ਬਾਹਰ ਚਲੇ ਗਿਆ? ਚਲੇ ਗਿਆ ਹੋਣਾ ਨਾ, ਬਿਲਕੁਲ ਬਹੁਤ ਪਲਾਨ ਹੋਇਆ, 50-60% ਚਲੇ ਗਿਆ ਹੋਣਾ। ਤਾਂ ਹੀ ਉਹਨਾਂ ਨੇ ਫਿਰ ਰੋਜ਼ਗਾਰ ਘਟਾ ਕੇ 60 ਲੱਖ ਕਰਤਾ। ਹੁਣ ਕਹਿੰਦੇ 60 ਲੱਖ ਰੋਜ਼ਗਾਰ 60 ਲੱਖ ਦੇਵਾਂਗੇ ਨੌਜਵਾਨਾਂ ਨੂੰ ਤੇ 80 ਲੱਖ ਘਰ ਦੇਵਾਂਗੇ। ਹੁਣ ਉਹ ਗਿਣਤੀ ਮਿਣਤੀ ਇਹਨਾਂ ਦੇ ਗਰੀਬਾਂ ਦੀ ਜਾਂ ਰੋਜ਼ਗਾਰਾਂ ਦੀ ਬੇਰੁਜ਼ਗਾਰਾਂ ਦੀ, ਪਹਿਲੀ ਗੱਲ ਤੇ ਇਹਨਾਂ ਕੋਲ ਬੇਰੁਜ਼ਗਾਰਾਂ ਦੇ ਜਿਹੜੇ ਅੰਕੜੇ ਆ ਡਾਟਾ ਆ ਉਹ ਹੈ ਨਹੀਂ। ਜੇ ਹੁੰਦਾ ਤਾਂ ਉਹਨਾਂ ਲਈ ਕੋਈ ਨਾ ਕੋਈ ਭੱਤਾ ਜ਼ਰੂਰ ਕੀਤਾ ਹੋਣਾ ਸੀ। ਬੇਰੁਜ਼ਗਾਰੀ ਭੱਤਾ ਪਹਿਲਾਂ ਤੋਂ ਚੱਲਦਾ ਹੁੰਦਾ ਸੀਗਾ, ਉਹ ਕਿਤੇ ਅੰਕੜੇ ਪੇਸ਼ ਕਰਨੋਂ ਹੀ ਹਟ ਗਏ। ਤੇ ਆਪਾਂ ਦੇਖਿਆ ਬਿਹਾਰ ਦੇ ਵਿੱਚ ਹੁਣੇ ਪੇਪਰ ਪੈ ਕੇ ਹਟੇ ਆ ਤੇ ਕੀ ਹਾਲ ਹੋਇਆ ਉੱਥੇ। ਉਹ ਪਾੜਿਆਂ ਨੂੰ, ਵਿਦਿਆਰਥੀਆਂ ਨੂੰ ਰੇਲਵੇ ਲਾਈਨਾਂ ਤੇ ਆਉਣਾ ਪਿਆ, ਟ੍ਰੇਨਾਂ ਛੱਡਤੀਆਂ, ਕਿੰਨਾ ਕੁਝ ਹੋਇਆ। ਹਰੇਕ ਸਟੇਟ ਦੇ ਵਿੱਚ ਜਿਹੜਾ ਆ ਉਹ ਨੌਜਵਾਨ ਵਰਗ ਜਿਹੜਾ ਪੜ੍ਹਿਆ ਲਿਖਿਆ ਆ ਬੇਰੁਜ਼ਗਾਰ ਇੰਨੀ ਭਰਮਾਰ ਆ ਕਿ ਉਹਨਾਂ ਦਾ ਗਾਹਾਂ ਸ਼ੋਸ਼ਣ ਵੀ ਹੋ ਰਿਹਾ ਆ। ਤੇ ਜੇ ਵਧੀਆ ਤਰੀਕੇ ਨਾਲ ਦੇਣ, ਵਧੀਆ ਤਰੀਕੇ ਨਾਲ ਨੌਜਵਾਨੀ ਨੂੰ ਸਾਂਭ ਲੈਣ ਇਹ, ਤਾਂ ਮੈਨੂੰ ਲੱਗਦਾ ਵੀ ਸਰਕਾਰ ਜਿਹੜੀ ਆ GDP ਹੁਣ 9.2% ਦੀ ਇੱਕ ਅਨੁਮਾਨ ਲਾਇਆ ਸੀ ਆਰਥਿਕ ਸਰਵੇ ਦੇ ਵਿੱਚ। ਉਹ ਕਹਿੰਦੇ ਵੀ ਸਭ ਤੋਂ ਅਮੀਰ ਦੇਸ਼ਾਂ ਦੇ ਵਿੱਚ GDP ਦਾ ਜਿਹੜਾ ਅਨੁਮਾਨ ਆ ਉਹ ਇੰਡੀਆ ਦਾ ਸਭ ਤੋਂ ਵੱਡਾ ਆ। ਤੇ ਜੇ ਤੁਸੀਂ ਨੌਜਵਾਨ ਸਾਂਭ ਲੈਣ, ਨੌਕਰੀਆਂ ਦੇ ਦੇਣ, ਉਹ ਇੰਨਾ ਕੁ GDP ਵਧਾ ਦੇਣਗੇ ਕਿ ਕੋਈ ਹੋਰ ਦੇਸ਼ ਲਾਗੇ ਨਹੀਂ ਫੜਕੂਗਾ। ਬਿਲਕੁਲ। ਸੋ 130 ਕਰੋੜ ਦੀ ਆਬਾਦੀ ਵਾਲਾ ਦੇਸ਼, ਤੁਸੀਂ ਗੱਲ ਕੀਤੀ ਕਿ 60 ਲੱਖ ਨੌਕਰੀਆਂ ਜਾਂ 80 ਲੱਖ ਨੌਕਰੀਆਂ, ਊਂਠ ਦੇ ਮੂੰਹ ਦੇ ਵਿੱਚ ਜੀਰੇ ਵਾਲੀ ਗੱਲ ਹੁੰਦੀ ਹੈ। ਪਰ ਜੇਕਰ ਇੰਨਾ ਕੁ ਜੀਰਾ ਵੀ ਦੇ ਦੇਣ ਤਾਂ ਵੀ ਕੰਮ ਸਰ ਜਾਵੇ। ਪਰ ਚਲੋ ਕੰਮ ਚਲਾਊ ਤਾਂ ਹੋ ਸਕਦਾ ਨਾ। ਬਿਲਕੁਲ। ਸੋ ਅੱਜ ਸ਼ਾਮ ਤੱਕ, ਕਿਉਂਕਿ ਇਹ ਲੰਬੀ ਚੱਲ ਰਿਹਾ ਭਾਸ਼ਣ ਚੱਲ ਰਿਹਾ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਹੋਰਾਂ ਦਾ, ਰਾਹਤਾਂ ਦਿੱਤੀਆਂ ਜਾਂਦੀਆਂ ਨੇ, ਆਮ ਲੋਕਾਂ ਦੇ ਉੱਪਰ ਇਸ ਬਜਟ ਦਾ ਕੀ ਅਸਰ ਪਏਗਾ ਇਹ ਸ਼ਾਮ ਤੱਕ ਹੋਰ ਵੀ ਕਲੀਅਰ ਹੋ ਜਾਏਗਾ। ਉਸ ਬਾਬਤ ਇੱਕ ਵਾਰ ਫਿਰ ਤੋਂ ਲਾਈਵ ਜੁੜਾਂਗੇ ਵਿਚਾਰ ਚਰਚਾ ਕਰਨ ਦੇ ਲਈ। ਹੁਣ ਦੇ ਲਈ ਇੰਨਾ ਹੀ। ਮੈਨੂੰ ਪਰਮਜੀਤ ਕੌਰ ਸੈਣੀ ਅਤੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਸ਼ੇਰਗਿੱਲ ਜੀ ਨੂੰ ਦਿਓ ਇਜਾਜ਼ਤ। ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ। ਧੰਨਵਾਦ। ਧੰਨਵਾਦ ਜੀ।